किताब तूफाना दा शाह असवार शहीद करतार सिंह सराभा। लेखक सरदार अजमेर सिंह। भाग 10वां। आवाज़ भाई गुरजंट सिंह रूपोवाली। राजसी जागृति ਦਾ ਵਰਗ ਵਿਸ਼ੇਸ਼ ਲੱਛਣ ਅਤੇ ਦੇਸ਼ ਭਗਤੀ ਤੇ ਰਾਸ਼ਟਰਵਾਦ ਵਿਚਕਾਰ ਸਿਧਾਂਤਕ ਨਖੇੜਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਜਸੀ ਜਾਗਰਤੀ ਦਾ ਵਰਗ ਵਿਸ਼ੇਸ਼ ਲੱਛਣ। ਉੱਤਰੀ ਅਮਰੀਕਾ ਵਿੱਚ ਪਹੁੰਚੇ ਹਿੰਦੂਆਂ ਵਿੱਚੋਂ ਲਗਭਗ ਸਾਰੇ ਉੱਚੀਆਂ ਜਾਤੀਆਂ ਵਿੱਚੋਂ ਸਨ। ਇਹਨਾਂ ਚੋਂ ਵੱਡੀ ਗਿਣਤੀ ਸ਼ਹਿਰੀ ਬਾਬੂਆਂ ਦੀ ਸੀ, ਜਿਹੜੇ ਉੱਚੀ ਵਿੱਦਿਆ ਹਾਸਲ ਕਰਨ ਦੇ ਮਨੋਰਥ ਨਾਲ ਗਏ ਸਨ। ਸਭ ਤੋਂ ਵੱਧ ਬੰਗਾਲੀ ਸਨ, ਥੋੜ੍ਹੇ ਜਿਹੇ ਪੰਜਾਬੀ, ਮਦਰਾਸੀ ਤੇ ਮਰਾਠੀ ਸਨ। ਇਹਨਾਂ ਚੋਂ ਬਹੁਤਿਆਂ ਉੱਤੇ ਅਮਰੀਕਾ ਕੈਨੇਡਾ ਜਾਣ ਤੋਂ ਪਹਿਲਾਂ ਹੀ ਹਿੰਦੂ ਰਾਸ਼ਟਰਵਾਦੀ ਵਿਚਾਰਧਾਰਾ ਦਾ ਵੱਧ ਜਾਂ ਘੱਟ ਰਾਜਸੀ ਪ੍ਰਭਾਵ ਪੈ ਚੁੱਕਾ ਸੀ। ਇਸ ਦੀ ਤੁਲਨਾ ਵਿੱਚ ਉੱਤਰੀ ਅਮਰੀਕਾ ਵਿੱਚ ਪਹੁੰਚਣ ਵਾਲੇ ਸਿੱਖ ਹਿੰਦੂ ਰਾਸ਼ਟਰਵਾਦੀ ਲਾਗ ਤੋਂ ਪੂਰੀ ਤਰ੍ਹਾਂ ਸੁਰਖਰੂ ਸਨ। ਉਹ ਉਸ ਵੇਲੇ ਭਾਰਤ ਅੰਦਰ ਪ੍ਰਚਲਿਤ ਰਾਜਸੀ ਵਿਚਾਰਾਂ ਤੇ ਰੁਝਾਨਾਂ ਤੋਂ ਲਗਭਗ ਅਭਿੱਜ ਸਨ। ਉਹਨਾਂ ਵਿੱਚੋਂ ਬਹੁਤੇ ਫੌਜ ਵਿੱਚੋਂ ਨਾਂ ਕਟਵਾ ਕੇ ਆਏ ਸਨ। ਇਸ ਕਰਕੇ ਕਿਹਾ ਜਾ ਸਕਦਾ ਹੈ ਕਿ ਉਦੋਂ ਤੱਕ ਉਹਨਾਂ ਦੇ ਮਨਾਂ ਅੰਦਰ ਅੰਗਰੇਜ਼ੀ ਰਾਜ ਦੇ ਵਿਰੁੱਧ ਵਿਸ਼ੇਸ਼ ਰੋਸ ਤੇ ਨਫ਼ਰਤ ਪੈਦਾ ਨਹੀਂ ਹੋਈ ਸੀ। ਉਸ ਵੇਲੇ ਪੰਜਾਬ ਅੰਦਰ ਅੰਗਰੇਜ਼ੀ ਰਾਜ ਵਿਰੋਧੀ ਰਾਸ਼ਟਰਵਾਦੀ ਚੇਤਨਾ ਮੁੱਖ ਤੌਰ ਤੇ ਆਰੀਆ ਸਮਾਜ ਦੇ ਪ੍ਰਭਾਵ ਹੇਠਲੇ ਛੋਟੇ ਜਿਹੇ ਪੜ੍ਹੇ ਲਿਖੇ ਸ਼ਹਿਰੀ ਤਬਕੇ ਤੱਕ ਸੀਮਤ ਸੀ। ਪੇਂਡੂ ਸਿੱਖ ਹਲਕਿਆਂ ਅੰਦਰ ਆਰੀਆ ਸਮਾਜ ਦਾ ਬਹੁਤਾ ਪ੍ਰਭਾਵ ਨਹੀਂ ਸੀ। ਇਸ ਕਰਕੇ ਉੱਤਰੀ ਅਮਰੀਕਾ ਵਿੱਚ ਜਿਹੜੇ ਸਿੱਖ ਪਹੁੰਚੇ ਉਹ ਰਾਸ਼ਟਰਵਾਦੀ ਵਿਚਾਰਧਾਰਾ ਤੋਂ ਅਛੋਹ ਸਨ। ਉਹਨਾਂ ਦੇ ਰਾਜਸੀਕਰਨ ਦਾ ਅਮਲ ਅਮਰੀਕਾ ਕੈਨੇਡਾ ਜਾ ਕੇ ਹੀ ਸ਼ੁਰੂ ਹੋਇਆ ਸੀ, ਜਿਸ ਕਰਕੇ ਉਹਨਾਂ ਅੰਦਰ ਰਾਜਸੀ ਜਾਗਰਤੀ ਦਾ ਅਮਲ ਹਿੰਦੂ ਵਰਗ ਨਾਲੋਂ ਬਹੁਤ ਵੱਖਰੇ ਢੰਗ ਨਾਲ ਚੱਲਿਆ। ਉੱਥੇ ਜਾ ਕੇ ਉਹਨਾਂ ਨੂੰ ਜਿਸ ਕਿਸਮ ਦੇ ਨਸਲੀ ਭੇਦ ਭਾਵ ਤੇ ਨਰਾਦਰੀਆਂ ਦਾ ਸਾਹਮਣਾ ਕਰਨਾ ਪਿਆ, ਖਾਸ ਕਰਕੇ ਆਪਣੇ ਨਿਆਰੇ ਸਿੱਖ ਸਰੂਪ ਕਰਕੇ ਉਹਨਾਂ ਨੂੰ ਜਿਸ ਕਿਸਮ ਦੀਆਂ ਅਪਮਾਨਜਨਕ ਟਿੱਪਣੀਆਂ ਸੁਣਨੀਆਂ ਪਈਆਂ, ਉਸ ਨਾਲ ਉਹਨਾਂ ਦੇ ਸਵੈਮਾਨ ਨੂੰ ਗਹਿਰੀ ਸੱਟ ਵੱਜੀ। ਉਹ ਇਸ ਦੇ ਆਦੀ ਨਹੀਂ ਸਨ। ਗੁਰੂ ਸਾਹਿਬਾਨ ਨੇ ਆਪਣੀਆਂ ਜ਼ਿੰਦਗੀਆਂ ਤੇ ਸਰਬੰਸ ਵਾਰ ਕੇ ਉਹਨਾਂ ਨੂੰ ਆਜ਼ਾਦੀ ਤੇ ਅਣਖ ਨਾਲ ਜਿਉਣ ਦੀ ਜਾਚ ਸਿਖਾਈ ਸੀ। ਇਸ ਕਰਕੇ ਉਹਨਾਂ ਦੇ ਮਨਾਂ ਅੰਦਰ ਨਸਲਵਾਦ ਵਿਰੁੱਧ ਤਿੱਖਾ ਰੋਹ ਪੈਦਾ ਹੋਇਆ। ਇਸ ਦਾ ਪ੍ਰਗਟਾਵਾ ਹੇਠ ਦਿੱਤੀ ਉਦਾਹਰਣ ਤੋਂ ਹੁੰਦਾ ਹੈ। 3 ਜੁਲਾਈ 1909 ਨੂੰ ਭਾਈ ਨੱਥਾ ਸਿੰਘ ਨਾਂ ਦੇ ਇੱਕ ਸਿੰਘ ਨੇ ਵੈਨਕੂਵਰ ਦੇ ਗੁਰਦੁਆਰੇ ਵਿੱਚ ਖੜੇ ਹੋ ਕੇ ਸੰਗਤ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਭਾਰਤ ਅੰਦਰ, ਖਾਸ ਕਰਕੇ ਬਰਤਾਨਵੀ ਬਸਤੀਆਂ ਅੰਦਰ ਸਾਡੇ ਦੇਸ਼ ਵਾਸੀਆਂ ਦੀ ਹੋ ਰਹੀ ਦੁਰਗਤੀ ਵੱਲ ਦੇਖਦੇ ਹੋਏ ਮੈਂ ਸੰਗਤ ਅੱਗੇ ਨਿਮਰਤਾ ਸਹਿਤ ਇਹ ਪ੍ਰਸਤਾਵ ਰੱਖਦਾ ਹਾਂ ਕਿ ਗੁਰਦੁਆਰੇ ਦੀ ਕਾਰਜਕਾਰਨੀ ਕਮੇਟੀ ਦਾ ਕੋਈ ਵੀ ਮੈਂਬਰ ਬਰਤਾਨਵੀ ਸਰਕਾਰ ਵੱਲੋਂ ਉਸ ਨੂੰ ਦਿੱਤਾ ਗਿਆ ਤਗਮਾ, ਫੌਜੀ ਵਰਦੀ ਜਾਂ ਨਿਸ਼ਾਨ ਆਦਿ ਧਾਰਨ ਨਾ ਕਰੇ, ਕਿਉਂਕਿ ਇਹ ਚੀਜ਼ਾਂ ਬਰਤਾਨਵੀ ਗੁਲਾਮੀ ਦੀਆਂ ਪ੍ਰਤੀਕ ਹਨ। ਉਸ ਨੇ ਕਿਹਾ ਕਿ ਅੰਗਰੇਜ਼ ਸਰਕਾਰ ਵੱਲੋਂ ਦਿੱਤੇ ਗਏ ਇਹ ਸਨਮਾਨ ਚਿੰਨ੍ਹ ਇਹ ਦਰਸਾਉਂਦੇ ਹਨ ਕਿ ਉਹ ਆਪਣੇ ਦੇਸ਼ ਭਾਈਆਂ ਜਾਂ ਕੁਝ ਆਜ਼ਾਦ ਕੌਮਾਂ ਦੇ ਵਿਰੁੱਧ ਬਰਤਾਨਵੀ ਸਰਕਾਰ ਦੇ ਭਾੜੇ ਦੇ ਟੱਟੂ ਬਣ ਕੇ ਲੜੇ ਸਨ। ਬਰਤਾਨਵੀ ਫੌਜ ਅੰਦਰ ਸੇਵਾ ਕਰਦਿਆਂ ਹਾਸਲ ਕੀਤੇ ਗਏ ਮੈਡਲਾਂ ਨੂੰ ਗੁਲਾਮੀ ਦੇ ਮੈਡਲ ਸਮਝਣਾ ਚਾਹੀਦਾ ਹੈ। ਨੱਥਾ ਸਿੰਘ ਵੱਲੋਂ ਪੇਸ਼ ਕੀਤਾ ਗਿਆ ਉਪਰੋਕਤ ਪ੍ਰਸਤਾਵ ਸੰਗਤ ਨੇ ਇੱਕ ਆਵਾਜ਼ ਹੋ ਕੇ ਪ੍ਰਵਾਨ ਕਰ ਲਿਆ ਸੀ। ਇਸ ਉਪਰੰਤ ਗੁਰਦੁਆਰਾ ਕਮੇਟੀ ਦਾ ਇੱਕ ਮੈਂਬਰ ਭਾਈ ਗਰੀਬ ਸਿੰਘ, ਜਿਸ ਨੂੰ 14ਵੀਂ ਸਿੱਖ ਰਾਜਮੈਂਟ ਦੇ ਸਿਪਾਹੀ ਦੇ ਰੂਪ ਵਿੱਚ ਚੀਨ ਅੰਦਰ ਬੌਕਸਰ ਬਗਾਵਤ ਨੂੰ ਦਬਾਉਣ ਵਿੱਚ ਬਹਾਦਰੀ ਨਾਲ ਲੜਨ ਬਦਲੇ ਮੈਡਲ ਮਿਲਿਆ ਸੀ, ਨੇ ਆਪਣਾ ਮੈਡਲ ਗਲੋਂ ਉਤਾਰ ਕੇ ਐਲਾਨ ਕਰ ਦਿੱਤਾ ਕਿ ਇਸ ਤੋਂ ਬਾਅਦ ਉਹ ਬਰਤਾਨਵੀ ਗੁਲਾਮੀ ਦੀ ਜ਼ਾਤ ਦਿਵਾਉਣ ਵਾਲਾ ਕੋਈ ਵੀ ਮੈਡਲ ਜਾਂ ਵਰਦੀ ਨਹੀਂ ਪਹਿਨੇਗਾ। ਬਾਅਦ ਵਿੱਚ ਖਾਲਸਾ ਦੀਵਾਨ ਦੇ ਸਕੱਤਰ ਭਾਈ ਭਾਗ ਸਿੰਘ ਭਿੱਖੀਵਿੰਡ ਨੇ ਬਰਤਾਨਵੀ ਫੌਜ ਵਿੱਚੋਂ ਸਨਮਾਨਜਨਕ ਢੰਗ ਨਾਲ ਫਾਰਗ ਹੋਣ ਦਾ ਸਰਟੀਫਿਕੇਟ ਅੱਗ ਨਾਲ ਲੂਹ ਦਿੱਤਾ ਸੀ। ਇਸ ਘਟਨਾ ਤੋਂ ਕੁਝ ਸਮੇਂ ਬਾਅਦ ਵੈਨਕੂਵਰ ਦੇ ਮੇਅਰ ਨੇ ਬਰਤਾਨਵੀ ਫੌਜ ਵਿੱਚ ਰਹਿ ਚੁੱਕੇ ਸਿੱਖਾਂ ਨੂੰ ਬਰਤਾਨੀਆ ਦੇ ਗਵਰਨਰ ਜਨਰਲ ਦੀ ਕੈਨੇਡਾ ਫੇਰੀ ਮੌਕੇ ਉਸ ਦੇ ਮਾਣ ਵਿੱਚ ਹੋਣ ਵਾਲੀ ਮਿਲਟਰੀ ਪਰੇਡ ਵਿੱਚ ਸ਼ਾਮਲ ਹੋਣ ਲਈ ਸੱਦਾ ਪੱਤਰ ਭੇਜਿਆ ਸੀ, ਪਰ ਭਾਈ ਭਾਗ ਸਿੰਘ ਨੇ ਸਾਬਕਾ ਫੌਜੀਆਂ ਦੇ ਪ੍ਰਧਾਨ ਦੀ ਹੈਸੀਅਤ ਵਿੱਚ ਇਹ ਸੱਦਾ ਹਿਕਾਰਤ ਨਾਲ ਠੁਕਰਾ ਦਿੱਤਾ ਸੀ। ਇਹਨਾਂ ਘਟਨਾਵਾਂ ਤੋਂ ਸਿੱਖਾਂ ਅੰਦਰ ਗੁਲਾਮੀ ਵਿਰੁੱਧ ਪੈਦਾ ਹੋਏ ਰੋਹ ਦਾ ਸਾਫ਼ ਅਨੁਮਾਨ ਲਾਇਆ ਜਾ ਸਕਦਾ ਹੈ। ਇਹ ਰੋਹ ਕਿਸੇ
ਲਾਲਾ ਹਰਦਿਆਲ ਜਾਂ ਹੋਰ ਕਿਸੇ ਹਿੰਦੂ ਰਾਸ਼ਟਰਵਾਦੀ ਦੇ ਪ੍ਰਚਾਰ ਦਾ ਨਤੀਜਾ ਨਹੀਂ ਸੀ। ਇਹ ਸਿੱਖਾਂ ਦੇ ਆਪਣੇ ਤਲਖ ਅਨੁਭਵ ਵਿੱਚੋਂ ਪੈਦਾ ਹੋਇਆ ਸੁਭਾਵਕ ਪ੍ਰਤੀਕਰਮ ਸੀ। ਗੈਰਤਮੰਦ ਤੇ ਜੁਝਾਰੂ ਕੌਮ ਹੋਣ ਕਰਕੇ ਸਿੱਖਾਂ ਨੇ ਪਰਦੇਸੀ ਤੇ ਗਿਣਤੀ ਵਿੱਚ ਥੋੜ੍ਹੇ ਹੋਣ ਦੇ ਬਾਵਜੂਦ ਗੋਰਿਆਂ ਦੀ ਨਸਲੀ ਈਨ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਉਹਨਾਂ ਨੇ ਖਾਲਸਾਈ ਗੈਰਤ, ਜੋਸ਼ ਤੇ ਬਹਾਦਰੀ ਦਾ ਮੁਜ਼ਾਹਰਾ ਕਰਦਿਆਂ ਨਸਲੀ ਵਿਤਕਰੇ ਤੇ ਬੁਰਸ਼ਾਗਰਦੀ ਦਾ ਡਟ ਕੇ ਟਾਕਰਾ ਕੀਤਾ। ਉਹਨਾਂ ਨੇ ਬਹੁਤ ਸਾਰੀਆਂ ਥਾਵਾਂ ਤੇ ਉਹਨਾਂ ਉੱਤੇ ਹਮਲਾ ਕਰਨ ਆਏ ਗੋਰਿਆਂ ਦੀ ਚੰਗੀ ਭੁਗਤ ਸਵਾਰੀ, ਜਿਸ ਕਰਕੇ ਹੌਲੀ-ਹੌਲੀ ਨਸਲ ਪ੍ਰਸਤ ਗੋਰੇ ਸਿੱਖਾਂ ਤੋਂ ਕੰਨ ਭੰਨਣ ਲੱਗ ਪਏ ਸਨ। ਬਾਬਾ ਸੋਹਣ ਸਿੰਘ ਭਕਨਾ ਨੇ ਇੱਕ ਘਟਨਾ ਦਾ ਵਰਣਨ ਇਨ੍ਹਾਂ ਸ਼ਬਦਾਂ ਵਿੱਚ ਕੀਤਾ ਹੈ। ਡਕੋਮਾ ਨਾਮੇ ਸ਼ਹਿਰ ਵਿੱਚ ਪਿੰਡ ਗੁੱਦੇ, ਜ਼ਿਲ੍ਹਾ ਅੰਮ੍ਰਿਤਸਰ ਵਾਲੇ ਭਾਈ ਵੀਰ ਸਿੰਘ ਜੀ ਤੇ 40 ਹੋਰ ਆਦਮੀ ਰੇਲਵੇ ਕੰਪਨੀ ਦੇ ਕੰਮਪੁਰ ਲੱਗੇ ਹੋਏ ਸਨ। ਇਹਨਾਂ ਉੱਤੇ ਅਮਰੀਕਾ ਨੇ ਦਿਨੇ ਹੀ ਹੱਲਾ ਬੋਲ ਦਿੱਤਾ। ਭਾਈ ਵੀਰ ਸਿੰਘ ਜੀ ਤੇ ਉਹਨਾਂ ਦੇ ਸਾਥੀਆਂ ਨੇ ਨੱਸ ਜਾਣ ਦੀ ਕਾਇਰਤਾ ਨਾਲੋਂ ਸਿੱਧੇ ਮੱਥੇ ਮਰਨਾ ਹੀ ਯੋਗ ਸਮਝਿਆ। ਉਹਨਾਂ ਕੋਲ 6-7 ਬੰਦੂਕਾਂ ਤੇ ਪਿਸਤੌਲ ਵੀ ਸਨ। ਇਹ ਸਾਰੇ ਅੱਗੇ ਮੋਰਚਾ ਬੰਨ੍ਹ ਕੇ ਬਹਿ ਗਏ। ਜਦੋਂ ਅਮਰੀਕਨ ਉਹਨਾਂ ਤੋਂ ਥੋੜ੍ਹੀ ਦੂਰ ਪੁਰ ਹੀ ਆ ਗਏ ਤਾਂ ਉਹਨਾਂ ਨੇ ਉੱਚਾ ਨਿਸ਼ਾਨ ਬੰਨ੍ਹ ਕੇ ਗੋਲੀ ਦਾਗ ਦਿੱਤੀ। ਉਹਨਾਂ ਦੀ ਇਹ ਜੁਗਤ ਲਾਹੇਵੰਦੀ ਸਿੱਧ ਹੋਈ ਤੇ ਅਮਰੀਕਨ ਡਰਦੇ ਭੱਜ ਤੁਰੇ। ਪਿੱਛੋਂ ਹੱਲਾ ਕਰਕੇ ਹਿੰਦੀ ਸੂਰਬੀਰਾਂ ਨੇ ਕਈ ਆਦਮੀ ਸੁੱਟ ਲਏ ਤੇ ਉਹਨਾਂ ਦੀ ਖੂਬ ਭੁਗਤ ਸਵਾਰੀ। ਇੱਥੇ ਬਾਬਾ ਜੀ ਨੇ ਪ੍ਰਚਲਿਤ ਰਾਸ਼ਟਰਵਾਦੀ ਬਿਰਤਾਂਤ ਦੀ ਰੀਸੇ ਸਿੱਖਾਂ ਨੂੰ ਹਿੰਦੀ ਸੂਰਬੀਰੇ ਕਹਿਣਾ ਬਿਹਤਰ ਸਮਝਿਆ ਹੈ। ਉਂਝ ਇਹ ਕਾਰਨਾਮਾ ਨਿਰੋਲ ਸਿੱਖਾਂ ਦਾ ਸੀ। ਹਿੰਦੂਆਂ ਵੱਲੋਂ ਇਸ ਤਰੀਕੇ ਨਾਲ ਜਥੇਬੰਦ ਹੋ ਕੇ ਨਸਲ ਪ੍ਰਸਤਾਂ ਦਾ ਟਾਕਰਾ ਕਰਨ ਦੀ ਕੋਈ ਉਦਾਹਰਨ ਨਹੀਂ ਮਿਲਦੀ। ਬਸ ਫੇਰ ਕੀ ਸੀ, ਕਿਸੇ ਨੇ ਪਿੱਛੇ ਭੌਂ ਕੇ ਵੀ ਨਾ ਵੇਖਿਆ ਕਿ ਸਾਡੇ ਮਗਰ ਕੋਈ ਆਉਂਦਾ ਵੀ ਹੈ ਜਾਂ ਨਹੀਂ। ਉਹ ਸਾਰੇ ਹੀ ਵਾਹੋ ਦਾਹੀ ਨੱਸਦੇ ਹੋਏ ਸ਼ਹਿਰ ਵਿੱਚ ਗਿੱਦੜਾਂ ਵਾਂਗ ਜਾ ਵੜੇ। ਇਸ ਤਰ੍ਹਾਂ ਫਤਿਹ ਹਿੰਦੀਆਂ ਦੀ ਹੋਈ। ਇਸ ਹਾਰ ਤੋਂ ਅਮਰੀਕਨ ਮਜ਼ਦੂਰ ਖਾਸੇ ਜਰਕ ਗਏ। ਇਸ ਤੋਂ ਬਾਅਦ 2-3 ਵਰ੍ਹੇ ਤੱਕ ਇਸੇ ਤਰ੍ਹਾਂ ਪਸ਼ੂਆਂ ਵਾਂਗ ਕਿਸੇ ਹੋਰ ਥਾਂ ਹਮਲਾ ਨਾ ਕੀਤਾ। ਉਂਝ ਕੱਲੀ ਦੁਕੱਲੀ ਹਿੰਦੀ ਨੂੰ ਕਿਤੇ-ਕਿਤੇ ਤੰਗ ਕੀਤਾ ਕਰਦੇ ਸਨ। ਬਾਬਾ ਜਵਾਲਾ ਸਿੰਘ ਨੇ ਵੀ ਕੈਲੀਫੋਰਨੀਆ ਵਿੱਚ ਇੱਕ ਜਗ੍ਹਾ ਵੁੱਡਲੈਂਡ ਗੋਰਿਆਂ ਵੱਲੋਂ ਵਾਰ-ਵਾਰ ਤੰਗ ਕੀਤੇ ਜਾਣ ਤੋਂ ਬਾਅਦ ਸਿੱਖਾਂ ਅੰਦਰ ਜਾਗੇ ਰੋਹ ਦੀ ਰੌਚਕ ਗਾਥਾ ਬਿਆਨ ਕੀਤੀ ਹੈ। ਉਹਨਾਂ ਲਿਖਿਆ ਹੈ ਕਿ ਜਦ ਭਾਰਤੀ ਰਾਸ਼ਨ ਆਦਿ ਲੈਣ ਲਈ ਵੁੱਡਲੈਂਡ ਸ਼ਹਿਰ ਵਿੱਚ ਜਾਂਦੇ ਤਾਂ ਗੋਰੇ ਉਹਨਾਂ ਦੀ ਭੈੜੇ ਤਰੀਕਿਆਂ ਨਾਲ ਬੇਇੱਜ਼ਤੀ ਕਰਦੇ ਸਨ। ਇੱਕ ਦਿਨ ਜਦ ਗੋਰਿਆਂ ਨੇ ਜ਼ਿਆਦਾ ਹੀ ਅੱਤ ਚੁੱਕ ਲਈ ਤਾਂ ਸਿੱਖ ਮਜ਼ਦੂਰਾਂ ਆ ਕੇ ਕੰਪਨੀ ਦੇ ਬੌਸ ਨੂੰ ਸਾਰੀ ਹਾਲਤ ਦੱਸ ਦਿੱਤੀ ਤੇ ਆਖਿਆ, ਅੱਜ ਅਸੀਂ ਉਹਨਾਂ ਨਾਲ ਜਾ ਕੇ ਲੜਨਾ ਹੈ। ਉਸ ਨੇ ਬਥੇਰਾ ਆਖਿਆ ਕਿ ਤੁਹਾਨੂੰ ਲੜਨਾ ਨਹੀਂ ਚਾਹੀਦਾ। ਜੇ ਰਾਸ਼ਨ ਵਗੈਰਾ ਦੀ ਜ਼ਰੂਰਤ ਹੈ ਮੈਂ ਇੱਥੇ ਹੀ ਮੰਗਵਾ ਦਿਆ ਕਰਾਂਗਾ ਤੇ ਤੁਹਾਨੂੰ ਸ਼ਹਿਰ ਜਾਣ ਦੀ ਕੀ ਲੋੜ ਹੈ। ਇਹਨਾਂ ਆਖਿਆ, ਰਾਸ਼ਨ ਤੇ ਹੋਰ ਚੀਜ਼ਾਂ ਆਪ ਲਿਆ ਕੇ ਦੇ ਸਕਦੇ ਹੋ, ਮਗਰ ਕਦੇ ਸਾਡਾ ਦਿਲ ਸੈਰ ਕਰਨ ਨੂੰ ਹੀ ਕਰਦਾ ਹੈ ਤੇ ਅਸੀਂ ਫਿਰ ਉੱਥੇ ਗਏ ਉਹ ਫਿਰ ਸਾਡੇ ਨਾਲ ਲੜਨਗੇ। ਇਸ ਲਈ ਬਿਹਤਰ ਹੈ ਕਿ ਸਾਨੂੰ ਉਹਨਾਂ ਨਾਲ ਐਤਕਾਂ ਹੀ ਫੈਸਲਾ ਕਰਨ ਦਿਓ। ਆਖਰ ਸੋਟੇ ਵੱਢ ਕੇ ਸਭ ਨੇ ਲੈ ਲਏ ਤੇ ਸ਼ਹਿਰ ਨੂੰ ਤੁਰ ਪਏ। ਜਦ ਸ਼ਹਿਰ ਦੇ ਪਾਸ ਗਏ ਤਾਂ ਇੱਕ ਆਦਮੀ ਉਹਨਾਂ ਨੂੰ ਸੋਟੇ ਦੇ ਕੇ ਬਿਠਾ ਗਏ ਤੇ ਆਪ ਸ਼ਹਿਰ ਜਾ ਵੜੇ। ਇਹਨਾਂ ਨੂੰ ਦੇਖ ਕੇ ਗੋਰੇ ਪਿੱਛੇ ਲੱਗ ਤੁਰੇ ਤੇ ਲੱਗੇ ਦੁਕਾਨਾਂ ਤੋਂ ਉਠਾ ਕੇ ਫਲ ਮਾਰਨ ਤੇ ਗੰਦੇ ਆਂਡਿਆਂ ਨਾਲ ਇਹਨਾਂ ਨੂੰ ਲਬੇੜ ਦਿੱਤਾ। ਇਹ ਵੀ ਅੱਗੇ ਭੱਜ ਕੇ ਚੱਕਰ ਕੱਢਦੇ ਹੋਏ ਉਸੇ ਤਰਫ ਨੂੰ ਨਿਕਲੇ ਜਿੱਥੇ ਸੋਟੇ ਰੱਖੇ ਹੋਏ ਸਨ। ਮਗਰ ਇਹ ਗੋਰੇ ਗਾਲਾਂ ਕੱਢਦੇ ਹੋਏ ਤੇ ਇਹਨਾਂ ਨੂੰ ਪੱਥਰ ਮਾਰਦੇ ਪਿੱਛਾ ਕਰੀ ਗਏ। ਉਧਰ ਉਹਨਾਂ ਝੱਟ ਸੋਟੇ ਫੜ ਲਏ ਤੇ ਭੀੜ ਉੱਤੇ ਟੁੱਟ ਪਏ। ਬਸ ਫੇਰ ਕੀ ਸੀ, ਲੱਗੇ ਸੋਟੇ ਗੋਰਿਆਂ ਤੇ ਵਰਨ, ਫਿਰ ਗੋਰੇ ਅੱਗੇ ਤੇ ਸਾਡੇ ਆਦਮੀ ਪਿੱਛੇ। ਜਿੱਧਰ ਭੀੜ ਭੱਜਦੀ ਉਧਰ ਪਿੱਛੇ ਸੋਟੇ ਮਾਰਦੇ ਜਾਂਦੇ। ਨਾ ਮਾਲੂਮ ਕਿਤਨੇ ਸੈਂਕੜਿਆਂ ਨੂੰ ਸੱਟਾਂ ਲੱਗੀਆਂ। ਆਖਰ ਗੋਰੇ ਦੁਕਾਨਾਂ ਵਿੱਚ ਵੜ ਕੇ ਆਪਣੀਆਂ ਜਾਨਾਂ ਬਚਾਉਣ ਲੱਗੇ। ਮਾਰਦੇ ਸਾਡੇ ਆਦਮੀ ਬਿਜਲੀ ਦੀ ਰੇਲ ਦੇ ਅੱਡੇ ਤੇ ਜਾ ਖੜੇ ਹੋਏ ਤੇ ਆਖਣ, ਆਓ ਨਿਕਲੋ ਬਾਹਰ, ਅੱਜ ਤੁਹਾਡੇ ਨਾਲ 2 ਹੱਥ ਕਰ ਲਈਏ। ਇੱਥੇ ਇਹ ਗੱਲ ਸਪਸ਼ਟ ਕਰਨਾ ਜ਼ਰੂਰੀ ਹੈ ਕਿ ਸਿੱਖਾਂ ਨੇ ਨਸਲ ਪ੍ਰਸਤਾਂ ਨਾਲ ਟੱਕਰਾਂ ਦੇਸ਼ ਭਗਤੀ ਦੇ ਜਜ਼ਬੇ ਚੋਂ ਨਹੀਂ, ਸਿੱਖੀ ਜਜ਼ਬੇ ਚੋਂ ਲਈਆਂ। ਸਿੱਖਾਂ ਤੋਂ ਬਿਨਾਂ ਕਿਸੇ ਹੋਰ ਦੇਸ਼ ਭਗਤ ਹਿੰਦੁਸਤਾਨੀ ਵਰਗ ਨੇ ਗੋਰਿਆਂ ਮੂਹਰੇ ਅੜਨ ਦੀ ਹਿੰਮਤ ਨਹੀਂ ਕੀਤੀ ਸੀ।
ਸਮੁੱਚੇ ਬਿਰਤਾਂਤ ਤੋਂ ਇਹ ਤੱਥ ਸਾਫ਼ ਪ੍ਰਗਟ ਹੁੰਦਾ ਹੈ ਕਿ ਅਮਰੀਕਾ ਤੇ ਕੈਨੇਡਾ ਦੀ ਧਰਤੀ ਉੱਤੇ ਬੇਗਾਨੇ ਤੇ ਵਿਰੋਧੀ ਸੱਭਿਆਚਾਰ ਵਿੱਚ ਘਿਰੇ ਸਿੱਖਾਂ ਅੰਦਰ ਪਹਿਲ ਪ੍ਰਥਮੇ ਆਪਣੇ ਧਰਮ ਤੇ ਸੱਭਿਆਚਾਰ ਨੂੰ ਬਚਾਉਣ ਦਾ ਤੀਬਰ ਅਹਿਸਾਸ ਪੈਦਾ ਹੋਇਆ। ਇਸ ਉਦੇਸ਼ ਨੂੰ ਮੁੱਖ ਰੱਖਦਿਆਂ ਉਹਨਾਂ ਨੇ ਧਰਮ ਪ੍ਰਚਾਰ ਤੇ ਅਮਰ ਸੰਚਾਰ ਦੀ ਜ਼ੋਰਦਾਰ ਮੁਹਿੰਮ ਚਲਾਈ, ਜਿਸ ਨਾਲ ਉਹਨਾਂ ਅੰਦਰ ਧਾਰਮਿਕ ਜੋਸ਼ ਤੇ ਉਤਸ਼ਾਹ ਪੈਦਾ ਹੋਇਆ। ਜਦੋਂ ਸਿੱਖ ਦਾ ਆਪਣੇ ਧਰਮ ਵਿੱਚ ਵਿਸ਼ਵਾਸ ਦ੍ਰਿੜ ਹੋ ਜਾਂਦਾ ਹੈ ਤਾਂ ਉਸ ਦੇ ਹਿਰਦੇ ਅੰਦਰ ਗੁਰੂ ਪਿਆਰ ਦੀਆਂ ਤਰੰਗਾਂ ਪੈਦਾ ਹੋ ਜਾਂਦੀਆਂ ਹਨ। ਉਸ ਨੂੰ ਗੁਰੂ ਹਰ ਵਕਤ ਆਪਣੇ ਅੰਗ ਸੰਗ ਮਹਿਸੂਸ ਹੋਣ ਲੱਗਦਾ ਹੈ, ਜਿਸ ਸਦਕਾ ਉਸ ਅੰਦਰ ਆਤਮਿਕ ਬਲ ਤੇ ਸੋਝੀ ਪੈਦਾ ਹੋ ਜਾਂਦੀ ਹੈ। ਇਸ ਆਤਮਿਕ ਬਲ ਦੀ ਬਦੌਲਤ ਹੀ ਅਮਰੀਕਾ ਅੰਦਰ ਸਿੱਖਾਂ ਨੇ ਕਈ ਥਾਵਾਂ ਤੇ ਨਸਲ ਪ੍ਰਸਤਾਂ ਦੇ ਹਮਲਿਆਂ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਸੀ। ਇੱਥੇ ਇਹ ਤੱਥ ਨੋਟ ਕਰਨਾ ਬਹੁਤ ਮਹੱਤਵਪੂਰਨ ਹੈ ਕਿ ਜਿਹੜੇ ਸਿੱਖਾਂ ਨੇ ਵਿਰੋਧੀ ਸੱਭਿਆਚਾਰ ਦੇ ਦਬਾਅ ਹੇਠ ਜਾਂ ਰੁਜ਼ਗਾਰ ਦੇ ਲਾਲਚ ਵਿੱਚ ਆ ਕੇ ਦਸਤਾਰਾਂ ਉਤਾਰ ਕੇ ਟੋਪੀਆਂ ਪਾ ਲੈਣ ਦੀ ਕਮਜ਼ੋਰੀ ਦਿਖਾਈ ਸੀ, ਉਹ ਆਤਮਿਕ ਤੌਰ ਤੇ ਇੰਨੇ ਬਲਹੀਣ ਹੋ ਗਏ ਸਨ ਕਿ ਨਸਲਵਾਦੀ ਗੋਰਿਆਂ ਨੇ ਉਹਨਾਂ ਨੂੰ ਅਲਬਰਟ ਤੇ ਵਿਲੀਅਮ ਦੇ ਕਾਰਖਾਨਿਆਂ ਵਿੱਚੋਂ ਕੁੱਟ-ਕੁੱਟ ਕੇ ਭਜਾ ਦਿੱਤਾ ਸੀ। ਆਪਣੇ ਧਰਮ ਦੀ ਰੱਖਿਆ ਤੇ ਉન્નਤੀ ਕਰਨ ਦੇ ਵਿਚਾਰ ਨਾਲ ਸਿੱਖਾਂ ਨੇ ਆਪਣੇ ਵਿਸ਼ੇਸ਼ ਸੁਭਾਅ ਤੇ ਰੀਤ ਮੁਤਾਬਕ ਗੁਰਦੁਆਰੇ ਸਥਾਪਿਤ ਕਰਨੇ ਸ਼ੁਰੂ ਕੀਤੇ। ਉਹਨਾਂ ਅੰਦਰ ਏਕਤਾ ਤੇ ਜਥੇਬੰਦੀ ਦਾ ਅਹਿਸਾਸ ਪ੍ਰਫੁੱਲਤ ਹੋਇਆ। ਇਸ ਵਿੱਚੋਂ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਤੇ ਖਾਲਸਾ ਦੀਵਾਨ ਸੁਸਾਇਟੀ ਪੈਸੀਫਿਕ ਕੋਸਟ ਸਟਾਕਟਨ ਦਾ ਜਨਮ ਹੋਇਆ। ਇਹ ਸੰਸਥਾਵਾਂ ਅਮਰੀਕਾ ਤੇ ਕੈਨੇਡਾ ਅੰਦਰ ਸਿੱਖਾਂ ਦੀਆਂ ਸਮੁੱਚੀਆਂ ਧਾਰਮਿਕ ਤੇ ਰਾਜਸੀ ਸਰਗਰਮੀਆਂ ਦਾ ਧੁਰਾ ਬਣੀਆਂ। ਰਾਜਸੀ ਜਾਗਰਤੀ। ਅਮਰੀਕਾ ਕੈਨੇਡਾ ਅੰਦਰ ਨਸਲੀ ਵਿਤਕਰੇ ਵਿਰੁੱਧ ਲੜਾਈ ਲੜਦਿਆਂ ਸਿੱਖਾਂ ਨੂੰ ਗੁਲਾਮ ਤੇ ਆਜ਼ਾਦ ਕੌਮਾਂ ਦੇ ਜੀਵਨ ਵਿਚਕਾਰ ਜ਼ਮੀਨ ਅਸਮਾਨ ਦਾ ਫਰਕ ਨਜ਼ਰ ਆਇਆ। ਉਹਨਾਂ ਨੂੰ ਮਹਿਸੂਸ ਹੋ ਗਿਆ ਕਿ ਗੁਲਾਮ ਕੌਮ ਹੋਣ ਦੀ ਵਜ੍ਹਾ ਕਰਕੇ ਹੀ ਉਹਨਾਂ ਨੂੰ ਪਰਦੇਸਾਂ ਅੰਦਰ ਬੇਇੱਜ਼ਤੀ ਤੇ ਜਲਾਲਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਬਾਬਾ ਸੋਹਣ ਸਿੰਘ ਭਕਨਾ ਦੇ ਕਥਨ ਮੁਤਾਬਕ ਉਹ ਸੋਚ ਵਿਚਾਰ ਕੇ ਆਖਰ ਇਸ ਸਿੱਟੇ ਪਰ ਪੁੱਜੇ ਕਿ ਸਾਰੀਆਂ ਬੇਪਤੀਆਂ ਤੇ ਖਰਾਬੀਆਂ ਦੀ ਜੜ ਜੇ ਕੋਈ ਹੈ ਉਹ ਅੰਗਰੇਜ਼ੀ ਗੁਲਾਮੀ ਹੀ ਹੈ, ਜੋ ਸਾਨੂੰ ਸਾਰੇ ਸੰਸਾਰ ਵਿੱਚ ਖੱਜਲ ਖੁਆਰ ਕਰ ਰਹੀ ਹੈ। ਇਸ ਚੁਭਣ ਚੋਂ ਉਹਨਾਂ ਦੇ ਹਿਰਦਿਆਂ ਅੰਦਰ ਅੰਗਰੇਜ਼ਾਂ ਦੀ ਗੁਲਾਮੀ ਤੋਂ ਨਿਜਾਤ ਪਾ ਕੇ ਦੁਨੀਆ ਦੀਆਂ ਆਜ਼ਾਦ ਕੌਮਾਂ ਵਿੱਚ ਸ਼ਾਮਲ ਹੋਣ ਦੀ ਰੀਝ ਤੇ ਤਾਂਘ ਪੈਦਾ ਹੋਈ ਸੀ। ਸਿੱਖ ਗਦਰੀ ਬਾਬਿਆਂ ਨੇ ਆਪਣੇ ਬਿਰਤਾਂਤ ਅੰਦਰ ਇਸ ਧਾਰਨਾ ਦਾ ਪੂਰਨ ਤੌਰ ਤੇ ਖੰਡਨ ਕੀਤਾ ਹੈ ਕਿ ਉਹ ਲਾਲਾ ਹਰਦਿਆਲ ਜਾਂ ਉਸ ਵਰਗੇ ਹੋਰਨਾਂ ਹਿੰਦੂ ਰਾਸ਼ਟਰਵਾਦੀਆਂ ਦੇ ਭੜਕਾਊ ਪ੍ਰਚਾਰ ਦੇ ਅਸਰ ਹੇਠ ਆ ਕੇ ਦੇਸ਼ ਭਗਤੀ ਦੇ ਮਾਰਗ ਉੱਤੇ ਚੱਲੇ ਸਨ। ਉਹਨਾਂ ਦੇ ਹਿਰਦਿਆਂ ਅੰਦਰ ਦੇਸ਼ ਭਗਤੀ ਦਾ ਜਜ਼ਬਾ ਕਿਸੇ ਹਿੰਦੂ ਰਾਸ਼ਟਰਵਾਦੀ ਦੀ ਸਿੱਖਿਆ ਜਾਂ ਪ੍ਰੇਰਨਾ ਨਾਲ ਨਹੀਂ, ਬਲਕਿ ਆਪਣੇ ਅਨੁਭਵ ਚੋਂ ਜ਼ੁਲਮ ਤੇ ਧੱਕੇਸ਼ਾਹੀ ਵਿਰੁੱਧ ਜੁਝਾਰੂ ਸਿੱਖ ਰਵਾਇਤਾਂ ਦੀ ਉਤਸ਼ਾਹਜਨਕ ਪ੍ਰੇਰਨਾ ਸਦਕਾ ਪੈਦਾ ਹੋਇਆ ਸੀ। ਭਾਈ ਪਰਮਾਨੰਦ ਨੇ ਲਿਖਿਆ ਹੈ ਕਿ ਉਹਨਾਂ ਸ੍ਰੀ ਕਰਤਾਰ ਸਿੰਘ ਸਰਾਭਾ ਨੂੰ ਪੁੱਛਿਆ ਕਿ ਉਸਨੇ ਦੇਸ਼ ਆ ਕੇ ਕੀ ਖਟਿਆ। ਅਮਰੀਕਾ ਵਿੱਚ ਉਹ ਆਰਾਮ ਅਤੇ ਖੁਸ਼ੀ ਦਾ ਜੀਵਨ ਬਤੀਤ ਕਰ ਰਿਹਾ ਸੀ, ਪਰ ਹੁਣ ਜੇਲ੍ਹ ਵਿੱਚ ਆ ਕੇ ਸੜ ਰਿਹਾ ਸੀ। ਸ੍ਰੀ ਕਰਤਾਰ ਸਿੰਘ ਸਰਾਭਾ ਨੇ ਇੱਕਦਮ ਜਵਾਬ ਦਿੱਤਾ ਕਿ ਅਮਰੀਕਾ ਵਿੱਚ ਵੀ ਉਸ ਲਈ ਜ਼ਿੰਦਗੀ ਬੋਝਲ ਸੀ ਅਤੇ ਜਦੋਂ ਅਮਰੀਕਨ ਕੁਬਚਨ ਬੋਲਿਆ ਕਰਦੇ ਸਨ ਤਾਂ ਉਸ ਦਾ ਦਿਲ ਸੜ ਜਾਂਦਾ ਸੀ। ਮੈਂ ਅਸਲ ਵਿੱਚ ਮਰ ਜਾਣਾ ਚਾਹੁੰਦਾ ਸਾਂ ਅਤੇ ਇੱਥੇ ਮਰਨ ਆਇਆ ਹਾਂ। ਇਸ ਤੋਂ ਸਰਾਭੇ ਅੰਦਰ ਸਵੈਮਾਨ ਤੇ ਸਵੈ ਸਨਮਾਨ ਦੇ ਪ੍ਰਚੰਡ ਭਾਵਾਂ ਦਾ ਪਤਾ ਚੱਲਦਾ ਹੈ। ਗੋਰਿਆਂ ਦੇ ਕੁਬਚਨ ਉਸ ਦੇ ਸਵੈ ਸਨਮਾਨ ਨੂੰ ਜ਼ਖਮੀ ਕਰ ਦਿੰਦੇ ਸਨ, ਜਿਹੜਾ ਉਸ ਤੋਂ ਬਰਦਾਸ਼ਤ ਨਹੀਂ ਹੁੰਦਾ ਸੀ। ਭਾਈ ਪਰਮਾਨੰਦ ਨੇ ਜਿਹੜੀ ਉਸ ਦੀ ਮਰਨ ਦੀ ਇੱਛਾ ਦੀ ਗੱਲ ਕੀਤੀ ਹੈ, ਉਹ ਕੋਈ ਆਤਮ ਹੱਤਿਆ ਵਰਗੀ ਗੱਲ ਨਹੀਂ ਸੀ। ਭਾਈ ਸਰਾਭਾ ਨੇ ਸ਼ਾਇਦ ਗੁਲਾਮੀ ਦੀ ਜਲਾਲਤ ਦੀ ਅਹਿਮ ਪੀੜ ਨੂੰ ਦਰਸਾਉਣ ਲਈ ਇਹ ਤਿੱਖੀ ਸ਼ਬਦਾਵਲੀ ਵਰਤ ਲਈ ਸੀ। ਬਾਬਾ ਵਿਸਾਖਾ ਸਿੰਘ, ਭਾਈ ਜਵਾਲਾ ਸਿੰਘ ਤੇ ਭਾਈ ਸੰਤੋਖ ਸਿੰਘ ਹੋਰਾਂ ਦੇ ਮਨ ਅੰਦਰ ਦੇਸ਼ ਨੂੰ ਆਜ਼ਾਦ ਕਰਾਉਣ ਦੇ ਇਸ ਮੰਤਵ ਵਾਸਤੇ ਜਥੇਬੰਦ ਹੋਣ ਦਾ ਵਿਚਾਰ ਕਿਵੇਂ ਪੈਦਾ ਹੋਇਆ, ਬਾਬਾ ਜਵਾਲਾ ਸਿੰਘ ਨੇ ਇਸ ਦਾ ਵਰਣਨ ਇੰਜ ਕੀਤਾ ਹੈ। ਅਸੀਂ ਆਪਸ ਵਿੱਚ ਪਰਸਪਰ ਆਪਣੇ ਦੇਸ਼ ਦੀ ਬੁਰੀ ਹਾਲਤ ਉੱਤੇ ਵਿਚਾਰ ਕਰਿਆ ਕਰਦੇ ਸਾਂ ਤੇ ਇਸ ਦੀ ਗੁਲਾਮੀ ਤੇ ਮੰਦੀ ਹਾਲਤ ਨੂੰ ਦੂਰ ਕਰਨ ਵਾਸਤੇ ਸੋਚਿਆ ਕਰਦੇ ਸਾਂ ਕਿ ਮੰਦੀ ਹਾਲਤ ਤੇ ਗੁਲਾਮੀ ਕਿਸ ਤਰ੍ਹਾਂ ਦੂਰ ਹੋ ਸਕਦੀ ਹੈ। ਬਹੁਤ ਸੋਚ ਵਿਚਾਰ ਕੇ ਬਾਅਦ ਵਿੱਚ
ਅਸੀਂ ਇਸ ਨਤੀਜੇ ਤੇ ਪਹੁੰਚੇ ਕਿ ਜਦ ਤੱਕ ਦੇਸ਼ ਸੇਵਕ ਆਪਣਾ ਸਰਬੰਸ ਗਰੀਬਾਂ ਤੇ ਦੇਸ਼ ਦੀ ਗੁਲਾਮੀ ਕੱਟਣ ਵਾਸਤੇ ਵਾਰ ਨੂੰ ਤਿਆਰ ਨਹੀਂ ਹੁੰਦੇ, ਕਦੇ ਭਾਰਤ ਦਾ ਉਦਾਰ ਹੋ ਹੀ ਨਹੀਂ ਸਕਦਾ। ਅਤੇ ਉਹ ਨਿਸ਼ਕਾਮ ਸੇਵਕ ਆਪਣੇ ਦੇਸ਼ ਵਾਸਤੇ ਕੰਮ ਕਰਨ ਤੇ ਆਪਣੀਆਂ ਜਾਨਾਂ ਆਪਣੇ ਦੇਸ਼ ਵਾਸਤੇ ਦੇ ਦੇਣ, ਆਪਣਾ ਹਰ ਇੱਕ ਕੰਮ ਦੇਸ਼ ਵਾਸਤੇ ਕਰਨ ਤੇ ਉਹਨਾਂ ਸੇਵਕਾਂ ਦਾ ਖਾਣਾ ਪੀਣਾ, ਉੱਠਣਾ ਬਹਿਣਾ, ਸੌਣਾ ਜਾਗਣਾ, ਮਰਨਾ ਤੇ ਜਿਉਣਾ ਸਭ ਦੇਸ਼ ਵਾਸਤੇ ਹੀ ਹੋਵੇ। ਇਸੇ ਸਿਧਾਂਤ ਉੱਤੇ ਅਸੀਂ ਰਾਤ ਨੂੰ ਕੰਮ ਕਰਕੇ ਆਪਣੀ ਸਭਾ ਵਿੱਚ ਵਿਚਾਰ ਕਰਿਆ ਕਰਦੇ ਸਾਂ। ਪਾਠਕ ਜੀ, ਸਾਡੀ ਸਭਾ ਸਾਡੇ ਘਰ ਦੇ ਹੀ ਆਦਮੀ ਹੁੰਦੇ ਸਨ। ਜਦ ਹਮੇਸ਼ਾ ਹੀ ਕਿਸੇ ਇੱਕ ਗੱਲ ਤੇ ਵਿਚਾਰ ਹੁੰਦੀ ਰਹੇ ਤਦ ਆਦਮੀ ਤੇ ਬੜਾ ਪ੍ਰਭਾਵ ਪੈਂਦਾ ਹੈ। ਆਖਰ ਮੈਨੂੰ ਕੁਝ ਆਦਮੀਆਂ ਨੇ ਆਖਿਆ ਕਿ ਇੱਕ ਸਭਾ ਬਣਾਉਣੀ ਚਾਹੀਦੀ ਹੈ ਤੇ ਉਸ ਦਾ ਉਹੀ ਆਦਮੀ ਮੈਂਬਰ ਬਣ ਸਕਦਾ ਹੋਵੇ ਜੋ ਆਪਣਾ ਜੀਵਨ ਦੇਸ਼ ਵਾਸਤੇ ਅਰਪਣ ਕਰ ਦੇਵੇ। ਅਸਾਂ ਇੱਕ ਦਿਨ ਸਭ ਆਦਮੀਆਂ ਇੱਕ ਦੂਸਰੇ ਨੂੰ ਪੁੱਛਣਾ ਆਰੰਭ ਕਰ ਦਿੱਤਾ ਕਿ ਦੱਸ ਭਾਈ, ਆਪ ਆਪਣੇ ਦੇਸ਼ ਵਾਸਤੇ ਆਪਣੀ ਪਿਆਰੀ ਤੋਂ ਪਿਆਰੀ ਚੀਜ਼ ਕੀ ਵਾਰ ਸਕਦੇ ਹੋ ਤੇ ਆਪਣਾ ਸਮਾਂ ਦੇਸ਼ ਵਾਸਤੇ ਕਿਤਨਾ ਕੁ ਦੇ ਸਕਦੇ ਹੋ। ਕਿਸੇ ਨੇ ਆਪਣੀ ਕਮਾਈ ਦਾ ਚੌਥਾ ਹਿੱਸਾ ਕਿਸੇ ਨੇ ਜੀਵਨ ਦੇਣ ਨੂੰ ਆਖਿਆ, ਪਰ ਅਸੀਂ ਪਹਿਲਾਂ ਹੀ ਫੈਸਲਾ ਕਰ ਚੁੱਕੇ ਹਾਂ ਕਿ ਇਸ ਸਭਾ ਦਾ ਉਹੀ ਮੈਂਬਰ ਬਣੇ ਜਿਸ ਨੇ ਆਪਣਾ ਜੀਵਨ ਦੇਸ਼ ਵਾਸਤੇ ਦੇਣਾ ਹੈ। ਬਾਬਾ ਜਵਾਲਾ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਆਪਣਾ ਜੀਵਨ ਦੇਸ਼ ਨੂੰ ਅਰਪਣ ਕਰਨ ਦਾ ਫੈਸਲਾ ਕਿਵੇਂ ਕੀਤਾ, ਇਸ ਦਾ ਵਿਸਥਾਰ ਵਿੱਚ ਵਰਣਨ ਬਾਬਾ ਵਿਸਾਖਾ ਸਿੰਘ ਜੀ ਨੇ ਆਪਣੀ ਕਾਵਿ ਰੂਪ ਵਿੱਚ ਲਿਖੀ ਆਤਮ ਕਥਾ ਵਿੱਚ ਕੀਤਾ ਹੈ। ਉਹਨਾਂ ਨੇ ਦੱਸਿਆ ਹੈ ਕਿ ਹਰ ਰੋਜ਼ ਸ਼ਾਮ ਨੂੰ ਕੰਮ-ਕਾਰ ਨਿਪਟਾਉਣ ਤੋਂ ਬਾਅਦ ਉਹ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਵਿੱਚ ਮਿਲ ਬੈਠ ਕੇ ਰਹਿਰਾਸ ਦਾ ਪਾਠ ਕਰਿਆ ਕਰਦੇ ਸਨ। ਇੱਕ ਦਿਨ ਕੀ ਹੋਇਆ ਕਿ ਸ਼ਾਮ ਨੂੰ ਕੰਮ ਦੀ ਛੁੱਟੀ ਹੋ ਜਾਣ ਤੋਂ ਬਾਅਦ ਬਾਬਾ ਜਵਾਲਾ ਸਿੰਘ ਤੇ ਭਾਈ ਸੰਤੋਖ ਸਿੰਘ ਦੋਵੇਂ ਅਲੱਗਾ ਜਾ ਬੈਠੇ ਅਤੇ ਆਪਸ ਵਿੱਚ ਗੂੜ ਵਿਚਾਰਾਂ ਕਰਦੇ ਰਹੇ। ਬਾਕੀ ਸਿੰਘ ਰਹਿਰਾਸ ਦਾ ਪਾਠ ਸਮਾਪਤ ਕਰਕੇ ਉਹਨਾਂ ਦੀ ਉਡੀਕ ਕਰਨ ਲੱਗੇ। ਰਾਤ ਦਾ ਹਨੇਰਾ ਹੋ ਗਿਆ ਤਾਂ ਦੋਵੇਂ ਭਾਈ ਸਾਹਿਬ ਸੰਗਤ ਦੇ ਉਤਾਰੇ ਹੋਏ ਜੋੜਿਆਂ ਵਿੱਚ ਹੱਥ ਬੰਨੀ ਖੜੋਤੇ ਨਜ਼ਰ ਆਏ। ਉਹਨਾਂ ਨੇ ਬਾਬਾ ਵਿਸਾਖਾ ਸਿੰਘ ਨੂੰ ਬੇਨਤੀ ਕੀਤੀ ਕਿ ਉਹ ਡੂੰਘੀ ਸੋਚ ਵਿਚਾਰ ਤੋਂ ਬਾਅਦ ਇਸ ਫੈਸਲੇ ਤੇ ਪਹੁੰਚੇ ਹਨ ਕਿ ਆਪਣਾ ਜੀਵਨ ਦੇਸ਼ ਸੇਵਾ ਲਈ ਅਰਪਣ ਕੀਤਾ ਜਾਵੇ ਅਤੇ ਇਸ ਨੇਕ ਕਾਰਜ ਲਈ ਉਹ ਗੁਰੂ ਦੀ ਆਗਿਆ ਲੈਣੀ ਚਾਹੁੰਦੇ ਹਨ। ਬਾਬਾ ਵਿਸਾਖਾ ਸਿੰਘ ਜੀ ਨੇ ਉਹਨਾਂ ਦੀ ਇੱਛਾ ਉੱਤੇ ਫੁੱਲ ਚੜਾਉਂਦਿਆਂ ਗੁਰੂ ਗ੍ਰੰਥ ਸਾਹਿਬ ਚੋਂ ਹੁਕਮਨਾਮਾ ਲਿਆ। ਬਾਬਾ ਜੀ ਦੇ ਸ਼ਬਦਾਂ ਵਿੱਚ ਜਦ ਵਾਕ ਲਿਆ ਤਾਂ ਗੁਰੂ ਗ੍ਰੰਥ ਸਾਹਿਬ ਨੇ ਵਾਕ ਦੁਆਰਾ ਆਨੰਦ ਕੀਤਾ ਹੈ। ਵੀਰ ਜੀ ਆਪ ਤਿਆਰ ਹੋ ਜਾਓ। ਤਦ ਦੋਵੇਂ ਵੀਰ ਤਿਆਰ ਹੋ ਗਏ। ਅਰਦਾਸਾ ਸੋਧ ਦਿਆ। ਰਾਤ ਉਮੀਦ ਨਹੀਂ ਵੀਰ ਸੋਏ ਹੋਣ। ਦਿਨ ਚੜ੍ਹਿਆ ਸਾਨੂੰ ਕਹਿਣ ਤੁਸੀਂ ਵੀ ਨਾਲ ਮਿਲ ਜਾਓ। ਤਦ ਮੈਂ ਕਿਹਾ ਗੁਰੂ ਸਾਹਿਬ ਨੂੰ ਪੁੱਛ ਲਈਏ, ਵਾਕ ਦੁਆਰਾ ਜੋ ਹੁਕਮ ਹੋਵੇਗਾ ਤਾਂ ਦਾਸ ਹਾਜ਼ਰ ਹੋ ਜਾਵੇਗਾ ਜੀ। ਵਾਕ ਲਿਆ ਤਾਂ ਇਹ ਵਾਕ ਆਇਆ। ਧਨਾਸਰੀ ਮਹੱਲਾ ਪੰਜਵਾਂ। ਚਤੁਰ ਦਿਸ਼ਾ ਕੀਨੋ ਬਲ ਆਪਣਾ, ਸਿਰ ਉਪਰ ਕਰ ਧਾਰਿਓ, ਕਿਰਪਾ ਕਟਾਕ ਅਵਲੋਕਨ ਕੀਨੋ, ਦਾਸ ਕਾ ਦੁਖ ਬਿਦਾਰਿਓ, ਹਰ ਜਨ ਰਾਖੇ ਗੁਰ ਗੋਬਿੰਦ, ਕੰਠ ਲਾਏ ਅਵਗਣ ਸਭ ਮੇਟੇ, ਦਇਆਲ ਪੁਰਖ ਬਖਸ਼ੰਦ ਰਹਾਓ। ਜੋ ਮੰਗੇ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਊਹਾਂ ਸੱਚ ਹੋਵੇ। ਜਦ ਬਾਬਾ ਵਿਸਾਖਾ ਸਿੰਘ ਨੇ ਵੀ ਆਪਣੇ ਦੋਵਾਂ ਵੀਰਾਂ ਨਾਲ ਰਲ ਕੇ ਦੇਸ਼ ਸੇਵਾ ਲਈ ਜੀਵਨ ਅਰਪਣ ਕਰ ਦੇਣ ਦਾ ਨਿਸ਼ਚਾ ਕਰ ਲਿਆ ਤਾਂ ਉਸ ਨੇ ਝੱਟ ਬਾਅਦ ਉਹਨਾਂ ਦੇ ਦੋ ਹੋਰ ਸਾਥੀ ਭਾਈ ਹਜ਼ਾਰਾ ਸਿੰਘ ਦਦੇਰ ਤੇ ਭਾਈ ਨੌਦ ਸਿੰਘ ਜ਼ਿਲ੍ਹਾ ਲਾਹੌਰ ਪਿੰਡ ਪਠਾਨਕੇ ਵੀ ਨਾਲ ਰਲਣ ਲਈ ਤਿਆਰ ਹੋ ਗਏ। ਅਰਦਾਸਾ ਸੋਧ ਕੇ ਜੈਕਾਰੇ ਬੁਲਾਏ ਗਏ। ਇਸ ਤਰ੍ਹਾਂ ਪੰਜਾਂ ਸਿੰਘਾਂ ਦਾ ਜਥਾ ਤਿਆਰ ਹੋ ਗਿਆ। ਬਾਬਾ ਜਵਾਲਾ ਸਿੰਘ ਨੂੰ ਪ੍ਰਧਾਨ, ਬਾਬਾ ਵਿਸਾਖਾ ਸਿੰਘ ਨੂੰ ਮੀਤ ਪ੍ਰਧਾਨ, ਭਾਈ ਸੰਤੋਖ ਸਿੰਘ ਨੂੰ ਸਕੱਤਰ ਅਤੇ ਭਾਈ ਹਜ਼ਾਰਾ ਸਿੰਘ ਨੂੰ ਗ੍ਰੰਥੀ ਤੇ ਭਾਈ ਨੌਦ ਸਿੰਘ ਨੂੰ ਖਜ਼ਾਨਚੀ ਥਾਪਿਆ ਗਿਆ। ਹੁਣ ਪੰਜਾਂ ਸਿੰਘਾਂ ਨੇ ਆਪਸੀ ਵਿਚਾਰਾਂ ਕਰਨੀਆਂ ਅਤੇ ਰਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਦੇ ਡੇਰੇ ਤੇ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ। ਹਰ ਸਾਲ ਦਸ਼ਮੇਸ਼ ਪਿਤਾ ਦਾ ਪ੍ਰਕਾਸ਼ ਪੁਰਬ ਪੂਰੀ ਧੂਮ-ਧਾਮ ਨਾਲ ਮਨਾਇਆ ਜਾਣ ਲੱਗਾ। 3 ਦਿਨ ਜਿੱਥੇ ਕਥਾ ਕੀਰਤਨ ਦਾ ਪ੍ਰਵਾਹ ਚੱਲਦਾ, ਉਥੇ ਨਾਲ ਹੀ ਦਿਨ ਵੇਲੇ ਭਾਰੀ ਦੀਵਾਨ ਸੱਜਦੇ ਅਤੇ ਪ੍ਰਬੁੱਧ ਬੁਲਾਰਿਆਂ ਵੱਲੋਂ ਦੇਸ਼ ਦੀ ਹਾਲਤ ਬਾਰੇ ਤੇ ਵਿਦੇਸ਼ੀ ਗੁਲਾਮੀ ਦਾ ਫਸਤਾ ਵੱਢਣ ਬਾਰੇ ਗਿਆਨਮਈ ਤੇ ਜੋਸ਼ ਉਪਜਾਊ ਤਕਰੀਰਾਂ ਕੀਤੀਆਂ ਜਾਂਦੀਆਂ।
ਬਾਬਾ ਵਿਸਾਖਾ ਸਿੰਘ ਦੀ ਆਤਮ ਕਥਾ ਵਿੱਚੋਂ ਉਹਨਾਂ ਦੇ ਕੰਮ ਕਰਨ ਦੇ ਢੰਗ ਤੇ ਪ੍ਰਚਾਰ ਸ਼ੈਲੀ ਦਾ ਨਮੂਨਾ ਮਿਲਦਾ ਹੈ। ਸੰਨ 1911 ਵਿੱਚ 27 ਦਸੰਬਰ ਵਾਲੇ ਦਿਨ ਹੋਲਟ ਫਾਰਮ ਵਿਖੇ ਮਨਾਏ ਗਏ ਗੁਰਪੁਰਬ ਦਾ ਬਿਆਨ ਬਾਬਾ ਜੀ ਨੇ ਇੰਜ ਕੀਤਾ ਹੈ। ਸੰਨ 1911 ਦੇ ਚੜ੍ਹਦਿਆਂ ਹੀ ਸੇਵਾ ਕੀਤੀ ਜੋ ਦਿਆਂ ਬਤਾ ਵੀਰੋ, ਜਵਾਲਾ ਸਿੰਘ ਨੇ 5 ਵਜ਼ੀਫੇ ਦਿੱਤੇ, ਮੁਲਕੋਂ ਲਏ ਸੀ 5 ਬੁਲਾ ਵੀਰੋ। ਬਾਬਾ ਜਵਾਲਾ ਸਿੰਘ ਨੇ ਜਨਵਰੀ 1911 ਵਿੱਚ ਦੇਸ਼ ਦੀ ਸੇਵਾ ਕਰਨ ਦੇ ਉਦੇਸ਼ ਨਾਲ ਉਚੇਰੀ ਵਿਦਿਆ ਹਾਸਲ ਕਰਨ ਦੇ ਚਾਹਵਾਨ 5 ਭਾਰਤੀ ਵਿਦਿਆਰਥੀਆਂ ਨੂੰ ਹਰ ਸਾਲ ਅਮਰੀਕਾ ਅੰਦਰ ਬੁਲਾ ਕੇ ਆਪਣੇ ਵੱਲੋਂ ਵਜ਼ੀਫੇ ਦੇਣ ਦਾ ਐਲਾਨ ਕੀਤਾ ਸੀ। ਇਹ ਵਜ਼ੀਫੇ ਗੁਰੂ ਗੋਬਿੰਦ ਸਿੰਘ ਜੀ ਦੀ ਸਤਿਕਾਰੀ ਯਾਦ ਵਿੱਚ ਚਾਲੂ ਕੀਤੇ ਗਏ ਸਨ। ਇਨ੍ਹਾਂ ਵਿਦਿਆਰਥੀਆਂ ਦੇ ਰਹਿਣ ਸਹਿਣ ਦਾ ਪ੍ਰਬੰਧ ਬਰਕਲੀ ਵਿਖੇ ਕੀਤਾ ਗਿਆ ਸੀ। ਭਾਈ ਨੰਦ ਸਿੰਘ ਸੀਰਾ ਪਹਿਲੇ ਸਾਲ ਵਜ਼ੀਫਾ ਹਾਸਲ ਕਰਨ ਵਾਲਾ ਹੋਣਹਾਰ ਵਿਦਿਆਰਥੀ ਸੀ। ਬਾਕੀ ਵਿਦਿਆਰਥੀਆਂ ਦੀ ਜ਼ਿੰਮੇਵਾਰੀ ਵੀ ਉਸ ਨੂੰ ਸੌਂਪੀ ਗਈ ਸੀ। ਭਾਈ ਕਰਤਾਰ ਸਿੰਘ ਸਰਾਭਾ ਦੀ ਅਮਰੀਕਾ ਆਉਂਦਿਆਂ ਹੀ ਭਾਈ ਨੰਦ ਸਿੰਘ ਨਾਲ ਜਾਣ ਪਛਾਣ ਹੋ ਗਈ ਸੀ। ਉਸ ਦੇ ਜ਼ਰੀਏ ਉਸ ਦਾ ਸੰਪਰਕ ਬਾਬਾ ਜਵਾਲਾ ਸਿੰਘ ਤੇ ਬਾਬਾ ਵਿਸਾਖਾ ਸਿੰਘ ਹੋਰਾਂ ਨਾਲ ਹੋ ਗਿਆ ਸੀ। ਵਿੱਚ ਬਰਕਲੀ ਉਹਨਾਂ ਨੂੰ ਜਗ੍ਹਾ ਦਿੱਤੀ। ਬੰਦੋਬਸਤ ਸੀ ਦੀਆ ਕਰਾ ਵੀਰੋ, ਨੰਦ ਸਿੰਘ ਜੀ ਉਹਨਾਂ ਵਿੱਚ ਲੈਕ ਸੀ ਜੀ, ਉਹਨੂੰ ਦੀਆ ਪ੍ਰਧਾਨ ਬਣਾ ਵੀਰੋ। ਇਕੱਠਾ ਕਰਕੇ ਬੰਦੋ ਜੀ ਬਸਤ ਸਾਰਾ, ਵਿੱਚ ਬਰਕਲੀ ਦੀਆ ਟਿਕਾ ਵੀਰੋ। ਲੱਗੇ ਵਿਦਿਆ ਪੜਨ ਪ੍ਰੇਮ ਸੇ ਜੀ, ਕੰਮ ਸੇਵਾ ਦਾ ਛਿੜਿਆ ਸੀ ਆ ਵੀਰੋ। ਲੱਗੀ ਖਿੜਨ ਗੁਲਜ਼ਾਰ ਸੀ ਹੋਰ ਸੰਤੋ, ਪੋ 7ਵੀਂ ਨੇੜੇ ਗਈ ਆ ਵੀਰੋ। ਅਸਾਂ ਰਲ ਕੇ 5 ਸਲਾਹ ਕੀਤੀ, ਲਈਏ ਗੁਰਾਂ ਦਾ ਪੁਰਬ ਮਨਾ ਵੀਰੋ। ਮਨਸਾ ਸਾਰਿਆਂ ਰਲ ਸੀ ਠੀਕ ਹੋਇਆ, ਪੱਕੀ ਹੋ ਗਈ ਸਾਡੀ ਸਲਾਹ ਵੀਰੋ। ਪਿੱਛੋਂ ਨਾਲ ਪ੍ਰੇਮ ਸਮਝਾ ਕਰਕੇ, ਇਕੱਠੀ ਲਈਏ ਜੀ ਮਾਇਆ ਕਰਾ ਵੀਰੋ। ਲੈਕ ਸਿੰਘਾਂ ਦੀ ਬੰਨ ਕਮੇਟੀ ਦਈਏ, ਗੁਰੂ ਲਈਏ ਦੁਆਰ ਬਣਾ ਵੀਰੋ। ਸੱਦ ਲਈਏ ਜੀ ਹਿੰਦੂਆਂ ਮੋਮਨਾਂ ਨੂੰ, ਨਾਲੇ ਸੱਦੀਏ ਸਿੰਘ ਭਰਾ ਵੀਰੋ। ਫਿਰ ਸਾਰਿਆਂ ਪਾਸ ਅਰਜ਼ੋਈ ਕਰੀਏ, ਨਾਲ ਦਈਏ ਪ੍ਰੇਮ ਸਮਝਾ ਵੀਰੋ। ਗੌਰਮੈਂਟ ਜੋ ਜ਼ੁਲਮ ਕਮਾ ਰਹੀ ਏ, ਸਾਰੇ ਵੀਰਾਂ ਨੂੰ ਦਈਏ ਸੁਣਾ ਵੀਰੋ। ਕਰ ਜਾਣ ਤਫਾਕ ਜਿਉਂ ਵੀਰ ਸਾਰੇ, ਬਣਤ ਸੋਈ ਜੀ ਲਈਏ ਬਣਾ ਵੀਰੋ। ਜ਼ੋਰ ਲਾਈਏ ਵੀਰ ਜੀ ਰਲ ਸਾਰੇ, ਗੌਰਮੈਂਟ ਨੂੰ ਦਈਏ ਧੱਕਾ ਵੀਰੋ। ਭਾਰਤ ਵਰਸ਼ ਨੂੰ ਰਲ ਉਠਾਲ ਦਈਏ, ਮਜ਼ਾ ਜ਼ੁਲਮ ਦਾ ਦਈਏ ਚਖਾ ਵੀਰੋ। ਓੜਕ ਨਿਬੜੀ ਸਾਡੀ ਸਲਾਹ ਸੰਤੋ, ਪੱਕੀ ਲਈ ਫਿਰ ਖੂਬ ਪਕਾ ਵੀਰੋ। ਚਿੱਠੇ ਲਿਖ ਕਰ ਭੇਜ ਦਈਏ ਸਾਰਿਆਂ ਨੂੰ, ਵਿੱਚ ਡਾਕ ਦੇ ਦਿੱਤੇ ਜੀ ਪਾ ਵੀਰੋ। ਸੱਦ ਭੇਜਿਆ ਸਾਰੇ ਮੋਮਨਾਂ ਨੂੰ, ਨਾਲ ਸੱਦੇ ਸੀ ਹਿੰਦੂ ਭਰਾ ਵੀਰੋ। ਸੱਚੇ ਪਾਤਸ਼ਾਹ ਜੀ ਦੀ ਦਇਆ ਹੋਈ, ਆਈਆਂ ਸੰਗਤਾਂ ਹੁਮ ਹੁਮਾ ਵੀਰੋ। 35 ਮੋਮਨ ਵੀ ਨਾਲ ਪ੍ਰੇਮ ਆਏ, 12 ਆਏ ਸੀ ਹਿੰਦੂ ਭਰਾ ਵੀਰੋ। ਹਰਦਿਆਲ ਤੇ ਪਰਮਾ ਸੀ ਨੰਦ ਆਏ, ਸਿੰਘ ਆਏ ਸੀ ਬਹੁਤ ਜੀ ਧਾਰ ਵੀਰੋ। ਕਿਤੇ ਢੋਲਕੀ ਛੈਣਿਆਂ ਰੰਗ ਲਾਇਆ, ਕਿਤੇ ਰਹੀਆਂ ਸਮਾਧੀਆਂ ਲਾ ਵੀਰੋ। ਆਈਆਂ ਸੰਗਤਾਂ ਹੁਮ ਹੁਮਾ ਕਰਕੇ, ਸ਼ਹਿਬਰ ਨਾਮ ਦੀ ਲੱਗੀ ਸੀ ਆ ਵੀਰੋ। ਲੈਕਚਰ ਹੋਮ ਦੇ ਕਿਤੇ ਪ੍ਰੇਮ ਸੇ ਜੀ, ਰਹੇ ਵੀਰਾਂ ਨੂੰ ਵੀਰ ਸਮਝਾ ਵੀਰੋ। ਆਏ ਵੀਰਾਂ ਦੀ ਸਿੰਘ ਜੀ ਸੇਵ ਕਰਦੇ, ਗਰਮ ਕਰ ਸ਼ਕਾਮ ਦੇ ਚਾਹ ਵੀਰੋ। ਭੋਗ ਪੈਣ ਦਾ ਜਦੋਂ ਸੀ ਸਮਾਂ ਆਇਆ, ਬਾਹਰੋਂ ਸਭ ਨੂੰ ਲਿਆ ਬੁਲਾ ਵੀਰੋ। ਕੀਤਾ ਕੀਰਤਨ ਸੀ ਸੰਗਤਾਂ ਰਲ ਸੋਹਣਾ, ਰਿਆ ਦਿਨ ਸੀ ਉਹ ਸੁਹਾ ਵੀਰੋ। ਪਿੱਛੋਂ ਉੱਠ ਕਰ ਅਸਾਂ ਅਪੀਲ ਕੀਤੀ, ਪਹਿਲਾਂ ਵੀਰਾਂ ਨੂੰ ਫਤਿਹ ਬੁਲਾ ਵੀਰੋ। ਦਇਆ ਕਰੋ ਜੇ ਰਲ ਕੇ ਤੁਸੀਂ ਵੀਰੋ, ਆਪ ਤਾਈਂ ਫਿਰ ਦਈਏ ਬਤਾ ਵੀਰੋ। ਸਿੰਘਾਂ ਸਾਰਿਆਂ ਛੱਡ ਜੈਕਾਰ ਦਿੱਤਾ, ਸੁੱਖੋਂ ਦੀਆਂ ਸੀ ਹਾਂ ਆਲਾ ਵੀਰੋ। ਸੁਣੋ ਤੁਸੀਂ ਪ੍ਰੇਮ ਸੇ ਖਾਲਸਾ ਜੀ, ਦਈਏ ਗੁਰੂ ਦੁਆਰਾ ਬਣਾ ਵੀਰੋ। ਦਿਓ ਗੱਫੇ ਦੀ ਖੁੱਲ ਹੁਣ ਨਾਗਣੀ ਦੇ, ਇਕੱਠੀ ਲਈਏ ਖਾਂ ਹੁਣ ਉਗਰਾ ਵੀਰੋ। ਲੈਕ ਵੀਰਾਂ ਨੂੰ ਚੁਣ ਕੇ ਇਸ ਜਗ੍ਹਾ, ਦਈਏ ਸੋਹਣੀ ਕਮੇਟੀ ਸਜਾ ਵੀਰੋ। ਕਰੋ ਮੇਰ ਹੁਣ ਸੰਗਤੇ ਆਪ ਸਾਰੇ, ਮਾਇਆ ਇਕੱਠੀ ਜੀ ਲਈਏ ਕਰਾ ਵੀਰੋ। ਕਰ ਬੇਨਤੀ ਵੀਰਾਂ ਇਹ ਸਾਰਿਆਂ ਨੂੰ, ਪਿੱਛੋਂ ਦੀਆ ਫਿਰ ਸੀਸ ਨਵਾ ਵੀਰੋ। ਸੁਣੀ ਬੇਨਤੀ ਜਦੋਂ ਇਹ ਸੰਗਤਾਂ ਨੇ, ਚੜ ਗਿਆ ਫਿਰ ਸਭ ਨੂੰ ਚਾ ਵੀਰੋ। ਦੇਣ ਲੱਗੇ ਫਿਰ ਮਾਇਆ ਪ੍ਰੇਮ ਸੇ ਜੀ, ਇੱਕ ਦੂਜੇ ਤੋਂ ਰਹੇ ਦੁਆ ਵੀਰੋ। ਕਈ ਤਾੜ ਕੇ ਆਖਦੇ ਸਾਡੇ ਤਾਈਂ, ਤੁਸਾਂ ਪਹਿਲਾਂ ਨਹੀਂ ਦੱਸਿਆ ਜਾ ਵੀਰੋ। ਪਾਸ ਡਾਲਾ ਭਾਵ ਡਾਲਰ, ਪਾਸ ਡਾਲਾ ਨਹੀਂ ਲੈ ਕਰ ਆਏ ਅਸੀਂ, ਸਾਥੋਂ ਲਓ ਖਾਂ ਹੁਣ ਲਿਖਾ ਵੀਰੋ।
ਡੇਰੀ ਆਣ ਕਰ ਸਾਡੀ ਜੀ ਲੈ ਆਉਣਾ, ਅਸੀਂ ਦਈਏ ਸੱਚ ਸੁਣਾ ਵੀਰੋ। 1005 ਕੋ ਡਾਲਾ ਸੀ ਨਗਦ ਹੋਇਆ, ਬਹੁਤਿਆਂ ਦੀਆ ਸੀ ਸਭਨਾ ਲਿਖਾ ਵੀਰੋ। ਪਿੱਛੋਂ ਚੁਣ ਕੇ ਸਿੰਘ ਜੀ ਲੈਕ 12, ਦਿੱਤੀ ਸੋਹਣੀ ਕਮੇਟੀ ਬਣਾ ਵੀਰੋ। ਜਵਾਲਾ ਸਿੰਘ ਪ੍ਰਧਾਨ ਬਣਾ ਦੀਆ, ਸਾਨੂੰ ਮਾਇਆ ਸੀ ਦਿੱਤੀ ਗਣਾ ਵੀਰੋ। ਤਾਰਾ ਸਿੰਘ ਸਕੱਤਰ ਬਣਾਏ ਦੀਆ, ਕਰੋ ਉਗਰਾਈ ਜੀ ਦੀਆ ਸੁਣਾ ਵੀਰੋ। ਜੋੜ ਮੇਲੇ ਦਾ ਦੂਸਰਾ ਦਿਨ ਦੂਸਰੇ ਪਹਿਰ ਕੋ ਰਾਤ ਰਹਿੰਦੀ, ਸੁੱਤੇ ਵੀਰਾਂ ਨੂੰ ਅਸਾਂ ਉਠਾਇਆ ਜੀ। ਕੀਰਤਨ ਹੋਇਆ ਫਿਰ ਬਹੁਤ ਪ੍ਰੇਮ ਸੇ ਜੀ, ਅੰਮ੍ਰਿਤ ਸਿੰਘਾਂ ਨੂੰ ਫੇਰ ਛਕਾਇਆ ਜੀ। ਅਸਾਂ ਆਖਿਆ ਨਿੱਤਰੋ ਵੀਰ ਮੇਰੇ, ਸਾਨੂੰ ਆਪ ਕਰਤਾਰ ਭਵਾਇਆ ਜੀ। ਆਵੋ ਰਲ ਕੇ ਮੁਲਕ ਦੀ ਸੇਵ ਕਰੀਏ, ਭਾਰਤ ਵਰਸ਼ ਨੂੰ ਬਹੁਤ ਦਬਾਇਆ ਜੀ। ਉਠੋ ਰਲ ਕੇ ਵੀਰ ਜੀ ਹੋ ਤਗੜੇ, ਕਾਹਨੂੰ ਤੁਸਾਂ ਨੇ ਹੌਸਲਾ ਢਾਇਆ ਜੀ। ਇਸ ਜਿਉਣ ਤੋਂ ਵੀਰ ਜੀ ਮਰਨ ਚੰਗਾ, ਗੁਲਾਮ ਬਣ ਕਰ ਜਨਮ ਗਵਾਇਆ ਜੀ। ਅੱਗੇ ਤੁਸਾਂ ਦੇ ਕੀ ਫਰੰਗੜੇ ਨੇ, ਤੁਸਾਂ ਆਪਣਾ ਫਰਜ਼ ਭੁਲਾਇਆ ਜੀ। ਹਿੰਦੂ ਮੋਮਨ ਸਿੰਘ ਰਲ ਜਾਓ ਸਾਰੇ, ਸਾਨੂੰ ਮੌਕਾ ਮਹਾਰਾਜ ਦਵਾਇਆ ਜੀ। ਮਜ਼ਾ ਦਈਏ ਚਖਾ ਹੁਣ ਜ਼ਾਲਮਾਂ ਨੂੰ, ਸਾਨੂੰ ਮੌਕਾ ਮਹਾਰਾਜ ਦਵਾਇਆ ਜੀ। ਇੰਨੇ ਬਚਨ ਜਾਂ ਕੀਤੇ ਸੀ ਅਸਾਂ ਵੀਰੋ, ਸਿੰਘਾਂ ਸੋਹਣਾ ਜੈਕਾਰਾ ਬੁਲਾਇਆ ਜੀ। ਕਈ ਮਿਲ ਗਏ ਸਿੰਘ ਤਿਆਰ ਹੋ ਕੇ, ਸਾਥ ਸਾਡਾ ਸੀ ਉਹਨਾਂ ਬਣਾਇਆ ਜੀ। ਹਰਦਿਆਲ ਤੇ ਪਰਮਾ ਸੀ ਨੰਦ ਭਾਈ, ਇਹਨਾਂ ਉੱਠ ਕੇ ਹਾਲ ਸੁਣਾਇਆ ਜੀ। ਅਸਾਂ ਆਖਿਆ ਹਰਦਾਲ ਤਾਈ, ਕਰੀਏ ਕੰਮ ਤੇ ਆਖ ਸਮਝਾਇਆ ਜੀ। ਮੈਨੂੰ ਆਏ ਨੂੰ 3 ਨਾ ਸਾਲ ਹੋਏ, ਇਸ ਕਰਕੇ ਵਿੱਚ ਨਾ ਆਇਆ ਜੀ। ਅਮਰੀਕੀ ਆਵਾਸ ਕਾਨੂੰਨ ਅਨੁਸਾਰ ਜਿਹੜੇ ਆਵਾਸੀ ਨੇ ਅਮਰੀਕਾ ਅੰਦਰ 3 ਸਾਲ ਪੂਰੇ ਨਹੀਂ ਕੀਤੇ ਹੁੰਦੇ ਸਨ, ਉਹਨਾਂ ਨੂੰ ਸਰਕਾਰ ਜਦ ਜੀ ਚਾਹੇ ਵਾਪਸ ਭੇਜ ਸਕਦੀ ਸੀ। ਇਸ ਕਰਕੇ ਲਾਲਾ ਹਰਦਿਆਲ ਨੇ ਰਾਜਸੀ ਖੇਤਰ ਅੰਦਰ ਸਰਗਰਮ ਹੋਣ ਤੋਂ ਇਸ ਕਰਕੇ ਨਾ ਕਰ ਦਿੱਤੀ ਸੀ ਕਿ ਉਸ ਵਕਤ ਉਸ ਦੇ ਅਮਰੀਕਾ ਵਿੱਚ 3 ਸਾਲ ਪੂਰੇ ਨਹੀਂ ਹੋਏ ਸਨ। ਲੈਕਚਰ ਹੋਮਦੇ ਰਹੇ ਪ੍ਰੇਮ ਸੇ ਜੀ, ਦੁਪਹਿਰ ਹੋਈ ਪ੍ਰਸ਼ਾਦ ਛਕਾਇਆ ਜੀ। ਥੋੜਾ ਚਿਰ ਜਾਂ ਸੰਗਤਾਂ ਆਰਾਮ ਕੀਤਾ, ਫਿਰ ਉੱਠ ਦੀਵਾਨ ਸਜਾਇਆ ਜੀ। ਲੱਗਾ ਹੋਣ ਪ੍ਰਚਾਰ ਸੀ ਖੂਬ ਵੀਰੋ, ਸਾਰਾ ਦਿਨ ਹੀ ਬਹੁਤ ਸੁਹਾਇਆ ਜੀ। ਹੋਇਆ ਬਹੁਤ ਪ੍ਰੇਮ ਸੀ ਸੰਗਤਾਂ ਨੂੰ, ਜੈਸਾ ਉਸ ਕਰਤਾਰ ਨੂੰ ਪਾਇਆ ਜੀ। ਸਾਰਾ ਦਿਨ ਹੀ ਰਿਹਾ ਪ੍ਰਚਾਰ ਹੁੰਦਾ, ਦਿਨ ਛਿਪਣੇ ਤੇ ਵੀਰ ਜੀ ਆਇਆ ਜੀ। ਦੀਵਾਨ ਅਸਾਂ ਸਮਾਪਤੀ ਕੀਤੀ ਸੀ, ਅਰਦਾਸਾਂ ਨਾਲ ਪ੍ਰੇਮ ਸੁਧਾਇਆ ਜੀ। ਤੀਸਰੇ ਦਿਨ ਦਾ ਜੋੜ ਮੇਲਾ। ਦਿਨ ਤੀਸਰੇ ਪਹਿਰ ਕੋ ਰਾਤ ਰਹਿੰਦੀ, ਸੁੱਤੇ ਵੀਰਾਂ ਨੂੰ ਆਪ ਜਗਾਉਣ ਲੱਗੇ। ਪਹਿਲਾਂ ਆਸਾ ਦੀ ਵਾਰ ਦਾ ਭੋਗ ਪਾਇਆ, ਗਰਮਾ ਗਰਮ ਪ੍ਰਸ਼ਾਦਾ ਛਕਾਉਣ ਲੱਗੇ। ਦਿਨ ਤੀਸਰੇ ਵੀ ਰਿਹਾ ਦੀਵਾਨ ਸੋਹਣਾ, ਦੁਪਹਿਰ ਹੋਈ ਪ੍ਰਸ਼ਾਦ ਛਕਾਉਣ ਲੱਗੇ। ਸਾਰਾ ਦਿਨ ਹੀ ਰਿਹਾ ਪ੍ਰਚਾਰ ਹੁੰਦਾ, ਸ਼ਾਮ ਪਈ ਤੇ ਵਿਦਾ ਕਰਾਉਣ ਲੱਗੇ। ਨਾਲ ਕਈਆਂ ਦੇ ਤੁਰ ਕੇ ਗਏ ਅਸੀਂ, ਸਭਨਾ ਨਾਲ ਪ੍ਰੇਮ ਨਿਭਾਉਣ ਲੱਗੇ। ਦੂਰ ਵਾਲਿਆਂ ਸਵੇਰ ਜੀ ਨਾਲ ਜਾ ਕੇ ਗੱਡੀ ਨਾਲ ਪ੍ਰੇਮ ਚੜਾਉਣ ਲੱਗੇ। ਪਿੱਛੋਂ ਬੈਠ ਕਰ ਗੁਰਾਂ ਹਜ਼ੂਰ ਸੰਤੋ, ਸ਼ੁਕਰ ਉਸ ਕਰਤਾਰ ਮਨਾਉਣ ਲੱਗੇ। ਬਣ ਜਾਏਗਾ ਗੁਰੂ ਦਵਾਰ ਸੋਹਣਾ, ਗੁਰੂ ਸਾਹਿਬ ਨੂੰ ਸੀਸ ਝੁਕਾਉਣ ਲੱਗੇ। ਨਾਲੇ ਮੁਲਕ ਦਾ ਸੋਹਣਾ ਸੁਧਾਰ ਹੋਊ, ਅਸੀਂ ਵਾਸਤੇ ਰੱਬ ਦੇ ਪਾਉਣ ਲੱਗੇ। ਤੂੰ ਹੀ ਜੀਵ ਤੋਂ ਨਾਮ ਜਪਾਉਣ ਵਾਲਾ, ਤੇਰੀ ਆਸ ਫਿਰ ਸਾਰੇ ਤਕਾਉਣ ਲੱਗੇ। ਸੇਵਾਦਾਰ ਵਿਸਾਖ ਦੀ ਬੇਨਤੀ ਜੀ, ਭਾਰਤ ਵਰਸ਼ ਦਾ ਭਲਾ ਸੀ ਚਾਹੁਣ ਲੱਗੇ। ਬਾਬਾ ਵਿਸਾਖਾ ਸਿੰਘ ਜੀ ਦੇ ਉਪਰੋਕਤ ਬਿਰਤਾਂਤ ਤੋਂ ਪ੍ਰਤੱਖ ਹੋ ਜਾਂਦਾ ਹੈ ਕਿ ਅਮਰੀਕਾ ਕੈਨੇਡਾ ਅੰਦਰ ਸਿੱਖਾਂ ਵਿੱਚ ਦੇਸ਼ ਭਗਤੀ ਦੀ ਲਗਨ ਆਤਮਿਕ ਜਾਗਰਤੀ ਦੇ ਜ਼ਰੀਏ ਪੈਦਾ ਹੋਈ। ਧਰਮ ਪ੍ਰਚਾਰ ਤੇ ਰਾਜਸੀ ਪ੍ਰਚਾਰ ਦਾ ਕੰਮ ਜੁੜਵੇਂ ਰੂਪ ਵਿੱਚ ਚੱਲਿਆ। ਬਾਬਾ ਜਵਾਲਾ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਦੇਸ਼ ਲਈ ਜੀਵਨ ਅਰਪਣ ਕਰਨ ਦਾ ਫੈਸਲਾ ਆਪਣੇ ਪੱਧਰ ਤੇ ਕੀਤਾ ਸੀ। ਉਦੋਂ ਅਜੇ ਉਹਨਾਂ ਦਾ ਲਾਲਾ ਹਰਦਿਆਲ ਜਾਂ ਕਿਸੇ ਹੋਰ ਹਿੰਦੂ ਰਾਸ਼ਟਰਵਾਦੀ ਨਾਲ ਮੇਲ ਨਹੀਂ ਹੋਇਆ ਸੀ। ਜਦੋਂ ਲਾਲਾ ਹਰਦਿਆਲ ਦਸੰਬਰ 1911 ਵਿੱਚ ਭਾਈਆਂ ਦੇ ਸੱਦੇ ਤੇ ਹੋਲਟ ਫਾਰਮ ਵਿਖੇ ਗੁਰਪੁਰਬ ਦੇ ਸਮਾਗਮ ਵਿੱਚ ਸ਼ਾਮਲ ਹੋਇਆ ਸੀ, ਤਾਂ ਬਾਬਾ ਵਿਸਾਖਾ ਸਿੰਘ ਹੋਰਾਂ ਨੇ ਉਸ ਨੂੰ ਦੇਸ਼ ਸੇਵਾ ਦੇ ਕਰਮ ਵਿੱਚ ਸਰਗਰਮ ਹੋਣ ਲਈ ਕਿਹਾ ਸੀ, ਜਿਸ ਦੇ ਜਵਾਬ ਵਿੱਚ ਲਾਲਾ ਹਰਦਿਆਲ ਨੇ ਕਿਹਾ ਸੀ ਕਿ ਅਜੇ ਉਸ ਦੇ ਅਮਰੀਕਾ ਅੰਦਰ 3 ਸਾਲ ਪੂਰੇ ਨਹੀਂ ਹੋਏ ਸਨ, ਜਿਸ ਕਰਕੇ ਜੇਕਰ ਉਸ ਨੇ ਰਾਜਸੀ ਸਰਗਰਮੀਆਂ ਵਿੱਚ ਸਿੱਧਾ ਹਿੱਸਾ ਲਿਆ ਤਾਂ ਉਸ ਨੂੰ ਗ੍ਰਿਫਤਾਰ ਕਰਕੇ ਭਾਰਤ ਭੇਜੇ ਜਾਣ ਦਾ ਖਤਰਾ ਸੀ। ਭਾਵੇਂ ਲਾਲਾ ਹਰਦਿਆਲ ਦੀ ਇਹ ਗੱਲ ਗਲਤ ਨਹੀਂ ਸੀ, ਪਰ ਇਸ ਤੋਂ ਇਸ ਤੱਥ ਦੀ ਪੁਸ਼ਟੀ ਹੁੰਦੀ ਹੈ ਕਿ
ਕਿ ਸਿੱਖਾਂ ਨੂੰ ਦੇਸ਼ ਦੀ ਆਜ਼ਾਦੀ ਲਈ ਜੂਝਣ ਲਈ ਪ੍ਰੇਰਨਾ ਲਾਲਾ ਹਰਦਿਆਲ ਜਾਂ ਬੰਗਾਲੀ ਹਿੰਦੂ ਰਾਸ਼ਟਰਵਾਦੀਆਂ ਕੋਲੋਂ ਨਹੀਂ ਮਿਲੀ ਸੀ। ਇਹ ਚੇਤਨਾ ਉਹਨਾਂ ਅੰਦਰ ਖੁਦ ਬਖੁਦ ਪੈਦਾ ਹੋਈ ਸੀ ਅਤੇ ਉਹ ਆਪਣੇ ਧਾਰਮਿਕ ਜਜ਼ਬਾਤ ਤੇ ਅਕੀਦਿਆਂ ਤੋਂ ਪ੍ਰੇਰਿਤ ਹੋ ਕੇ ਹੀ ਦੇਸ਼ ਦੀ ਆਜ਼ਾਦੀ ਲਈ ਮਰ ਮਿਟਣ ਲਈ ਤਿਆਰ ਹੋਏ ਸਨ। ਇਸ ਤਰੀਕੇ ਨਾਲ ਉਹਨਾਂ ਦੇ ਦਿਲਾਂ ਅੰਦਰ ਦੇਸ਼ ਭਗਤੀ ਦਾ ਵਲਵਲਾ ਮੱਘ ਉੱਠਿਆ ਸੀ। ਸਿੱਖਾਂ ਅੰਦਰ ਦੇਸ਼ ਭਗਤੀ ਦਾ ਇਹ ਜਜ਼ਬਾ ਨਾ ਸਿਰਫ ਹੋਰਨਾਂ ਭਾਰਤੀ ਵਰਗਾਂ ਨਾਲੋਂ ਵੱਖਰੇ ਢੰਗ ਨਾਲ ਪੈਦਾ ਹੋਇਆ, ਬਲਕਿ ਇਸ ਦਾ ਤੱਤ ਹਿੰਦੂ ਰਾਸ਼ਟਰਵਾਦ ਨਾਲੋਂ ਬਹੁਤਾ ਵੱਖਰਾ ਸੀ। ਇਸ ਨੂੰ ਸਮਝਣ ਲਈ ਦੇਸ਼ ਭਗਤੀ ਤੇ ਰਾਸ਼ਟਰਵਾਦ ਵਿਚਕਾਰ ਸਿਧਾਂਤਕ ਨਿਖੇੜਾ ਕਰਨਾ ਜ਼ਰੂਰੀ ਹੈ। ਦੇਸ਼ ਭਗਤੀ ਤੇ ਰਾਸ਼ਟਰਵਾਦ ਵਿਚਕਾਰ ਸਿਧਾਂਤਕ ਨਿਖੇੜਾ। ਪ੍ਰਸਿੱਧ ਬਰਤਾਨਵੀ ਵਿਦਵਾਨ ਜਾਰਜ ਔਰਵੈਲ ਨੇ ਦੋ ਸੰਸਾਰ ਜੰਗਾਂ ਅਤੇ ਫਾਸ਼ੀਵਾਦ ਤੇ ਨਾਜ਼ੀਵਾਦ ਵਰਗੇ ਮਾਨਵ ਦੋਖੀ ਵਰਤਾਰਿਆਂ ਦਾ ਪੜਚੋਲਵਾਂ ਮੁਲਾਂਕਣ ਕਰਨ ਉਪਰੰਤ ਰਾਸ਼ਟਰਵਾਦ ਤੇ ਦੇਸ਼ ਭਗਤੀ ਵਿਚਕਾਰ ਨਿਖੇੜਾ ਕਰਨ ਦਾ ਸਿਧਾਂਤਕ ਮਤ ਪੇਸ਼ ਕੀਤਾ ਸੀ। ਉਸ ਨੇ ਇਹ ਨਿਚੋੜ ਕੱਢਿਆ ਸੀ ਕਿ ਇਹ ਦੋ ਵੱਖੋ ਵੱਖਰੇ, ਇੱਥੋਂ ਤੱਕ ਕਿ ਇੱਕ ਦੂਜੇ ਦੇ ਵਿਰੋਧੀ ਸੰਕਲਪ ਹਨ। ਦੇਸ਼ ਭਗਤੀ ਤੋਂ ਭਾਵ ਕਿਸੇ ਵਿਸ਼ੇਸ਼ ਜਗ੍ਹਾ ਅਤੇ ਵਿਸ਼ੇਸ਼ ਜੀਵਨ ਸ਼ੈਲੀ ਵਿੱਚ ਸ਼ਰਧਾ ਹੈ। ਦੇਸ਼ ਭਗਤ ਦਾ ਇਸ ਗੱਲ ਵਿੱਚ ਦ੍ਰਿੜ ਵਿਸ਼ਵਾਸ ਹੁੰਦਾ ਹੈ ਕਿ ਉਸ ਦੀ ਹਰਮਨ ਪਿਆਰੀ ਜਗ੍ਹਾ ਤੇ ਜੀਵਨ ਸ਼ੈਲੀ ਸਾਰੀ ਦੁਨੀਆ ਨਾਲੋਂ ਨਿਆਰੀ ਤੇ ਬਿਹਤਰ ਹੈ, ਪਰੰਤੂ ਉਸ ਅੰਦਰ ਇਸ ਨੂੰ ਦੂਸਰਿਆਂ ਉੱਤੇ ਠੋਸਣ ਦੀ ਕੋਈ ਤਮੰਨਾ ਨਹੀਂ ਹੁੰਦੀ। ਉਹ ਇਸ ਭਾਵਨਾ ਤੋਂ ਮੁਕਤ ਹੁੰਦਾ ਹੈ। ਦੇਸ਼ ਪਿਆਰ ਆਪਣੇ ਸੁਭਾਅ ਵਜੋਂ ਸੁਸ਼ੀਲ ਤੇ ਸੱਭਿਆਚਾਰਕ ਪੱਖੋਂ ਆਤਮ ਰੱਖਿਅਕ ਹੁੰਦਾ ਹੈ। ਰਾਸ਼ਟਰਵਾਦ ਦਾ ਖਾਸਾ ਇਦੋਂ ਉਲਟ ਹੁੰਦਾ ਹੈ। ਇਸ ਨੂੰ ਸੱਤਾ ਦੀ ਤਮਾ ਨਾਲੋਂ ਵੱਖ ਨਹੀਂ ਕੀਤਾ ਜਾ ਸਕਦਾ। ਸੱਤਾ ਤੇ ਵਕਾਰ ਵਿੱਚ ਵਾਧਾ ਕਰਨਾ ਇਸ ਦਾ ਲਕਸ਼ ਹੁੰਦਾ ਹੈ। ਉਪਰੋਕਤ ਵਿਆਖਿਆ ਤੋਂ ਇਹ ਭਾਵ ਭਲੀ ਭਾਂਤ ਸਪਸ਼ਟ ਹੋ ਜਾਂਦਾ ਹੈ ਕਿ ਰਾਸ਼ਟਰਵਾਦ ਆਪਣੇ ਸੁਭਾਅ ਵਜੋਂ ਹੀ ਕਾਮਨਾਮਈ ਹੁੰਦਾ ਹੈ। ਇਸ ਅੰਦਰ ਦੂਸਰਿਆਂ ਉੱਤੇ ਆਪਣਾ ਸੱਭਿਆਚਾਰ ਤੇ ਰਾਜਸੀ ਗਲਬਾ ਪਾਉਣ ਦੀ ਲਾਲਸਾ ਹੁੰਦੀ ਹੈ। ਇਸ ਕਰਕੇ ਰਾਸ਼ਟਰਵਾਦੀ ਵਰਗ ਜਾਂ ਵਰਗਾਂ ਅੰਦਰ ਜਿੱਥੇ ਆਪਣੀ ਆਜ਼ਾਦੀ ਲਈ ਲੜਨ ਦਾ ਪ੍ਰਬਲ ਜਜ਼ਬਾ ਹੁੰਦਾ ਹੈ, ਉੱਥੇ ਨਾਲ ਹੀ ਦੂਸਰਿਆਂ ਦੀ ਆਜ਼ਾਦੀ ਤੇ ਖੁਦ ਮੁਖਤਿਆਰੀ ਨੂੰ ਲਤਾੜਨ ਤੇ ਨਕਾਰਨ ਦੀ ਨਿਖੇਧਾਤਮਿਕ ਰੁਚੀ ਕਿਰਿਆਸ਼ੀਲ ਹੁੰਦੀ ਹੈ। ਇਸ ਅੰਦਰ ਸਮਕਾਲੀ ਰਾਜਸੀ ਸਵਾਰਥ ਦੇ ਅੰਸ਼ ਸ਼ਾਮਲ ਹੁੰਦੇ ਹਨ। ਇਸ ਦੇ ਉਲਟ ਦੇਸ਼ ਭਗਤੀ ਦੇ ਸ਼ੁੱਧ ਜਜ਼ਬੇ ਅੰਦਰ ਇਹ ਨਕਾਰਾਤਮਕ ਅੰਸ਼ ਨਹੀਂ ਹੁੰਦੇ। ਇਸ ਲਿਹਾਜ਼ ਨਾਲ ਗਦਰੀ ਸੰਗਰਾਮੀਏ ਬਹੁਤ ਹੀ ਵੱਖਰੇ ਵਿਲੱਖਣ ਅਰਥਾਂ ਸਿੱਖ ਅਰਥਾਂ ਵਿੱਚ ਦੇਸ਼ ਭਗਤ ਸਨ। ਉਹਨਾਂ ਦੀ ਦੇਸ਼ ਭਗਤੀ ਸਿੱਖ ਧਰਮ ਦੇ ਮਾਨਵਵਾਦੀ ਸਰੋਕਾਰਾਂ ਦੇ ਅਨੁਸਾਰੀ ਸੀ। ਇਹ ਪਰਉਪਕਾਰ ਦੀ ਭਾਵਨਾ ਦਾ ਰਾਜਸੀ ਮੁਜੱਸਮਾ ਸੀ। ਉਹਨਾਂ ਦੇ ਮਨਾਂ ਅੰਦਰ ਜਿੱਥੇ ਬਰਤਾਨਵੀ ਗੁਲਾਮੀ ਦਾ ਖਾਤਮਾ ਕਰਨ ਦਾ ਪ੍ਰਚੰਡ ਜਜ਼ਬਾ ਸੀ, ਉੱਥੇ ਨਾਲੋਂ ਨਾਲ ਉਹ ਸਾਰੀਆਂ ਕੌਮਾਂ ਤੇ ਸਾਰੇ ਵਰਗਾਂ ਦੀ ਆਜ਼ਾਦੀ ਤੇ ਬਰਾਬਰੀ ਦੇ ਅਸੂਲ ਦੇ ਅਡੋਲ ਧਾਰਨੀ ਸਨ। ਉਹਨਾਂ ਦਾ ਆਜ਼ਾਦੀ ਦਾ ਆਦਰਸ਼ ਰੂਹਾਨੀ ਸੀ। ਉਹਨਾਂ ਦਾ ਦੇਸ਼ ਤੇ ਆਜ਼ਾਦੀ ਨਾਲ ਪਿਆਰ ਦੁਨਿਆਵੀ ਸਵਾਰਥਾਂ ਤੇ ਲਾਲਸਾਵਾਂ ਤੋਂ ਮੁਕਤ ਸੀ। ਇਹ ਹਿੰਦੂ ਰਾਸ਼ਟਰਵਾਦੀਆਂ ਦੀ ਦੇਸ਼ ਭਗਤੀ ਨਾਲੋਂ ਬਹੁਤ ਵੱਖਰਾ ਸੀ। ਭਾਈ ਰਣਧੀਰ ਸਿੰਘ ਜੀ ਦੇ ਹੇਠ ਲਿਖੇ ਕਥਨਾਂ ਤੋਂ ਇਸ ਦੀ ਪਾਰਦਰਸ਼ਕ ਝਲਕ ਮਿਲਦੀ ਹੈ। ਮਹਿਜ ਰਾਜਗੀਰੀ ਦੀ ਇੱਛਾ ਤੇ ਲਾਲਚ ਵਿੱਚ ਕਿਸੇ ਰਾਜ ਨੂੰ ਰੋੜਨ ਦੇ ਨਿਰੇ ਦਮਗਜ਼ੇ ਮਾਰਨ ਨੂੰ ਜੇ ਕੋਈ ਕੌਮੀਅਤ ਤੇ ਕੌਮ ਪ੍ਰਸਤੀ ਕਹੇ ਤਾਂ ਇਸ ਦਾ ਕੋਈ ਲਾਭ ਨਹੀਂ। ਐਸੀ ਕੌਮੀਅਤ ਤੋਂ ਸੌਰਨਾ ਵੀ ਕੀ ਹੈ ਜਿਸ ਕੌਮ ਤੇ ਕੌਮੀਅਤ ਅੰਦਰ ਰੂਹਾਨੀਅਤ ਵਾਲੀ ਜੀਵਨ ਕਣੀ ਨਹੀਂ। ਐਸੇ ਨਿਰੇ ਰਾਜ ਸਾਜ ਦੀ ਇੱਛਾ ਵਾਲਿਆਂ ਨੂੰ ਦੇਵਨੇਤ ਨਾਲ ਰਾਜ ਸਾਜ ਮਿਲ ਵੀ ਜਾਵੇ ਤਾਂ ਇਸ ਬਾਤ ਦੀ ਕੀ ਗਰੰਟੀ ਹੈ ਕਿ ਉਹਨਾਂ ਦਾ ਬੁੱਲ ਹਵਸੀ ਰਾਜ ਕਿਸੇ ਪਹਿਲੇ ਕਾਇਮ ਸ਼ੁਦਾ ਰਾਜ ਨਾਲੋਂ ਚੰਗੇਰਾ ਤੇ ਪ੍ਰਜਾ ਲਈ ਅਦਕ ਭਲੇਰਾ ਹੋਵੇਗਾ। ਆਪਾ ਪ੍ਰਸਤਾਂ ਤੋਂ ਕੌਮ ਪ੍ਰਸਤੀ ਨਹੀਂ ਹੋ ਸਕਦੀ। ਸਵਾਰਥੀਆਂ ਪਾਸੋਂ ਪਰ ਸਵਾਰਥ ਤੇ ਪਰਉਪਕਾਰ ਕਦੇ ਨਹੀਂ ਹੋ ਸਕਦਾ। ਖੁਦ ਗਰਜੀ ਲਈ ਆਪਣੇ ਭਾਈਆਂ ਨੂੰ ਪਛਾੜ ਲਤਾੜ ਕੇ ਛੋਟੀਆਂ ਛੋਟੀਆਂ ਸਿੱਖਦਾਰੀਆਂ ਤੇ ਅਹੁਦੇਦਾਰੀਆਂ ਨੂੰ ਜੱਫਾ ਮਾਰਨ ਵਾਲਿਆਂ ਤੋਂ ਇਹ ਆਸ ਤੱਕਣੀ ਕਿ ਉਹ ਕੌਮ ਦੇਸ਼ ਜਾਂ ਜਨਤਾ ਦੇ ਭਲੇ ਲਈ ਕੁਝ ਕਰਨਗੇ ਨਿਰੀ ਖਾਮ ਖਿਆਲੀ ਹੈ। ਇਹ ਤਾਂ ਸਗੋਂ ਆਪਾ ਪ੍ਰਸਤੀ ਤੇ ਅਹੁਦਾ ਪ੍ਰਸਤੀ ਹੈ। ਆਪਾ ਪ੍ਰਸਤੀ ਸਰਕਾਰ ਪ੍ਰਸਤੀ ਨਾਲੋਂ ਕੋਈ ਨਵੀਂ ਤੇ ਚੰਗੀ ਚੀਜ਼ ਨਹੀਂ। ਅਜਿਹੀਆਂ ਸਵਾਰਥੀ ਚਾਲਾਂ ਨਾਲ ਪ੍ਰਾਪਤ ਕੀਤੇ ਸਵਰਾਜ
ਤੇ ਕੌਮੀ ਰਾਜ ਤੋਂ ਕੋਈ ਲਾਭ ਨਹੀਂ ਹੋ ਸਕਦਾ, ਤੇ ਨਾ ਇਨਸਾਨੀਅਤ, ਇਖਲਾਕ, ਅਣਖ, ਪਰਉਪਕਾਰ ਆਦਿ ਗੁਣਾਂ ਤੋਂ ਸੱਖਣੇ ਪੁਰਸ਼ਾਂ ਦੇ ਇਕੱਠ ਦਾ ਨਾਂ ਕੌਮ ਜਾਂ ਕੌਮੀਅਤ ਹੋ ਸਕਦਾ ਹੈ। ਦੇਸ਼ ਦੇ ਭਲੇ ਤੇ ਕੌਮ ਦੀ ਖਾਤਰ ਕੁਝ ਚਾਹੁਣ ਵਾਲੇ ਤਾਂ ਵਿਰਲੇ ਹੀ ਹੋਣਗੇ, ਨਹੀਂ ਤਾਂ ਸਵਰਾਜ ਮੰਗਣ ਵਾਲਿਆਂ ਵਿੱਚ ਐਸੇ ਬਹੁਤ ਹਨ ਜਿਨ੍ਹਾਂ ਨੂੰ ਆਪਣਾ ਸਵਾਰਥ ਮੁੱਖ ਹੈ। ਰਾਜ ਲਾਲਸਾ ਦੀ ਇਹ ਆਪਣਤ ਜੇ ਤਾਂ ਰਾਜ ਸਾਜ ਕਮਾਉਣ ਦੀ ਸਾਂਝੀ ਵਾਲਤਾ ਵਿੱਚ ਰਹੇ ਤਦ ਤਾਂ ਕੁਝ ਗੁਣਕਾਰੀ ਹੋ ਸਕਦੀ ਹੈ, ਨਹੀਂ ਤਾਂ ਆਪਾ ਧਾਪੀ ਵਿੱਚ ਖਿੱਚ ਕੇ ਲੈ ਜਾਂਦੀ ਹੈ। ਪਰ ਸਾਂਝੀ ਵਾਲਤਾ ਵਾਲੀ ਕੌਮੀਅਤ ਰੂਹਾਨੀਅਤ ਤੋਂ ਬਿਨਾਂ ਪੈਦਾ ਹੋਣੀ ਤੇ ਕਾਇਮ ਰਹਿਣੀ ਅਸੰਭਵ ਹੈ। ਕਿੱਥੇ ਆਪਣਾ ਬਿਗਾਰ ਬੇਰਾਨਾ ਸਾਂਢੇ ਵਾਲੀ ਉੱਚ ਆਦਰਸ਼ੀ ਰੂਹਾਨੀਅਤ ਅਤੇ ਕਿੱਥੇ ਪਰਾਇਆ ਬਿਗਾੜ ਆਪਣਾ ਹੱਕ ਮਾਂਡੇ ਵਾਲੀ ਆਪਾ ਧਾਪੀ। ਸਭ ਕੋ ਆਸੈ ਤੇਰੀ ਬੈਠਾ, ਘਟ ਘਟ ਅੰਤਰ ਤੂੰ ਹੈ ਉਠਾ, ਸਭੇ ਸਾਂਝੀਵਾਲ ਸਦਾਇਨ, ਤੂੰ ਕਿਸੇ ਨਾ ਦਿਸੈ ਬਾਹਰਾ ਜੀਓ। ਮਾਝ ਮਹੱਲਾ ਪੰਜਵਾਂ, ਪੰਨਾ 97। ਗੁਰਵਾਕ ਦੇ ਭਾਵ ਨਾਮ ਦੀ ਪ੍ਰੇਮ ਤਾਰ ਲੜੀ ਵਿੱਚ ਇੱਕ ਸਾਥ ਪਰੋਤੇ ਸਾਂਝੀਵਾਲਾਂ ਦੀ ਸਾਂਝੀਵਾਲਤਾ ਹੀ ਬਣ ਸਕਦੀ ਹੈ। ਜਿਨ੍ਹਾਂ ਨੂੰ ਆਪੋ ਆਪਣੀ ਪਈ ਹੋਵੇ, ਜੋ ਆਪਣੇ ਆਪਣੇ ਸਵਾਰਥ ਦੇ ਬੰਦੇ ਹੋਣ, ਉਹਨਾਂ ਦੀ ਸਾਂਝੀਵਾਲਤਾ ਕਿਵੇਂ ਬਣ ਸਕਦੀ ਹੈ? ਰੂਹਾਨੀਅਤ ਤੋਂ ਖਾਲੀ ਸਵਾਰਥੀਆਂ ਦੀ ਸਾਂਝੀਵਾਲਤਾ ਨਾਸਤਕਾਂ ਤੇ ਮਾਦਾ ਪ੍ਰਸਤਾਂ ਦਾ ਇਕੱਠ, ਇਤਫਾਕ ਤੇ ਅਮਲ ਕੁਝ ਦਿਨਾਂ ਦਾ ਚਮਤਕਾਰ ਤੇ ਐਵੇਂ ਲਫਾਫਾ ਹੀ ਹੁੰਦਾ ਹੈ। ਅਸਲ ਵਿੱਚ ਇਹ ਅੰਤਰਗਤੀ ਖਹਿ ਖਹਿ ਮਰਨ ਵਾਲੀ ਖਿੱਚੋਤਾਣ ਹੀ ਹੈ। ਮਾਦਾ ਪ੍ਰਸਤ ਮੁਲਕਗੀਰ ਕੌਮਾਂ ਦਾ ਪਾਜ ਓੜਕ ਉਗੜਨਾ ਹੀ ਹੈ। ਮਲੇਸ਼ਤਾ ਦੀ ਸਪਿਰਟ ਨੇ ਖਹਿ ਹੋਣਾ ਹੀ ਹੈ। ਹਉਮੈ ਖੁਦ ਗਰਜ਼ੀਆਂ ਨਾਲ ਲੱਥ-ਪੱਥ ਹੋਏ ਜੀਵਾਂ ਦੇ ਇਕੱਠ ਨਾਲ ਕੌਮੀਅਤ ਨਹੀਂ ਬਣਦੀ। ਗੁਰੂ ਨਾਨਕ ਸਾਹਿਬ ਜੀ ਨੇ ਦੇਸ਼ ਦਸ਼ਾਂਤਰਾਂ ਵਿੱਚ ਰਟਨ ਕਰਕੇ ਫਿਰ 9 ਜਾਮੇ ਧਾਰ ਅਧਿਕਾਰੀ ਜੋਗ ਰੂਹਾਂ ਅੰਦਰ ਸੱਚੀ ਅਤੇ ਸਦਾ ਕਾਇਮ ਰਹਿਣ ਵਾਲੀ ਰੂਹਾਨੀਅਤ ਭਰੀ। ਫਿਰ 10ਵੇਂ ਜਾਮੇ ਅੰਦਰ ਖੁਦ ਪ੍ਰਸਤੀ ਤੇ ਮਾਦਾ ਪ੍ਰਸਤੀ ਤੋਂ ਸਾਫ਼ ਮੁਬਰਾ ਪਾਕ ਖਾਲਸਾ ਧਰਮੀ ਤੇ ਪਰਉਪਕਾਰੀ ਪੁਰਸ਼ਾਂ ਦੀ ਸਾਰੀ ਸ੍ਰਿਸ਼ਟੀ ਦਾ ਭਲਾ ਚਾਹੁਣ, ਭਲਾ ਦੇਖਣ ਤੇ ਭਲਾ ਕਰਨ ਵਾਲੀ ਖਾਲਸਾ ਕੌਮ ਸਾਜੀ ਅਤੇ ਇਸ ਤਰ੍ਹਾਂ ਰੂਹਾਨੀਅਤ ਵਾਲੀ ਖਾਲਸਾ ਕੌਮੀਅਤ ਦੀ ਨੀਂਹ ਰੱਖੀ। ਪਰ ਨਿਰਾ ਰਾਜ ਭਾਗ ਭੁਗਤਾਉਣ ਹਿਤ ਨਹੀਂ, ਸਗੋਂ ਜੀ ਦਾਨ ਦੇ ਭਗਤੀ ਲਾਉਣ ਹਿਤ, ਅਕਾਲ ਪੁਰਖ ਨਾਲ ਮੇਲ ਕਰਾਉਣ ਹਿਤ, ਆਤਮਕ ਔਜ ਦੀ ਰੂਹਾਨੀਅਤ ਦ੍ਰਿੜਾ ਕੇ ਖਾਲਸਾ ਜਨਾਂ ਦੇ ਰੋਮ ਰੋਮ ਅੰਦਰ ਇਹ ਰੂਹਾਨੀਅਤ ਰੁਮਕਾ ਕੇ ਪਰਉਪਕਾਰੀ ਜਨ ਬਣਾ ਕੇ ਸੱਚੀ ਸ੍ਰੇਸ਼ਟ ਅਤੇ ਖਾਲਸ ਤਤ ਕੌਮੀਅਤ ਦੀ ਸਾਜਣਾ ਸਾਜੀ। ਨਿਰੀ ਸਵਰਾਜ ਦੀ ਇੱਛਾ ਲਈ ਨਹੀਂ, ਸਗੋਂ ਧਰਮ ਦਾ ਰਾਜ ਵਿਸਥਾਰਨ ਲਈ, ਜ਼ੁਲਮ ਤੇ ਦੁਸ਼ਟ ਦੀ ਜੜ ਉਖਾੜਨ ਲਈ, ਰਾਜ ਕਾਮਨਾ ਤੋਂ ਰਹਿਤ ਨਿਰੋਲ ਧਰਮ ਉਪਕਾਰ ਦਾ ਔਜ ਪਰਮਾਰਥੀ ਅਤੇ ਆਤਮ ਸੁਤੰਤਰੀ ਹਲੇਮੀ ਰਾਜ ਵਿਥਾਰਨ ਲਈ ਇਸ ਰੂਹਾਨੀਅਤ ਸੰਜੀਵਨੀ ਕੌਮੀਅਤ ਦੀ ਅਵਚਲ ਨੀਂਹ ਧਰੀ। ਅੱਜ ਉਸ ਉੱਚੇ ਆਦਰਸ਼ ਤੋਂ ਖੁੱਥੇ ਖੁਸ਼ਕ ਰਫੀਮਰਾਂ ਸਮਾਜ ਸੁਧਾਰਕਾਂ ਦੇ ਮਗਰ ਲੱਗ ਕੇ ਲੋਕਾਂ ਵਿੱਚ ਫੋਕੀ ਕੂਕ ਪੁਕਾਰ ਕੌਮੀਅਤ ਦੀ ਹੋ ਰਹੀ ਹੈ। ਇਸੇ ਪੁਕਾਰ ਦੇ ਸਿਲਸਿਲੇ ਵਿੱਚ ਧਰਮ ਅਤੇ ਰੂਹਾਨੀਅਤ ਨੂੰ ਕੌਮੀਅਤ ਦਾ ਦੁਸ਼ਮਣ ਸਮਝਿਆ ਜਾ ਰਿਹਾ ਹੈ। ਇਹੋ ਦੇਸ਼ ਤੇ ਦੇਸ਼ ਵਾਸੀਆਂ ਦੀ ਅਧੋਗਤੀ ਦਾ ਕਾਰਨ ਬਣ ਰਿਹਾ ਹੈ। ਭਾਈ ਸਾਹਿਬ ਦੇ ਉਪਰੋਕਤ ਵਿਚਾਰ ਕਿੰਨੇ ਅੱਖਰ ਅੱਖਰ ਸੱਚ ਸਾਬਤ ਹੋਏ ਹਨ। ਕਿਤਾਬ ਤੂਫਾਨਾਂ ਦਾ ਸ਼ਾਹ ਅਸਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ, ਲੇਖਕ ਸਰਦਾਰ ਅਜਮੇਰ ਸਿੰਘ, ਭਾਗ 10ਵਾਂ, ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਪੂਰੀ ਕਿਤਾਬ ਸੁਣਨ ਵਾਸਤੇ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।